ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਗੁਰੂ ਸਾਹਿਬ ਦੀ ਸਿੱਖਿਆ ਚੜ੍ਹਦੀ ਕਲਾ ਸਾਡੇ ਸਾਰਿਆਂ ਦੇ ਦਿਲਾਂ ਦੇ ਕਰੀਬ ਹੈ ਔਰ ਇਸ ਸਿੱਖਿਆ ਦੇ ਸਹਾਰੇ ਅਸੀਂ ਸਾਰੀਆਂ ਮੁਸੀਬਤਾਂ ਝੱਲ ਲੈਂਦੇ ਹਾਂ, ਸਾਰੇ ਕਿਲੇ ਫਤਿਹ ਕਰ ਲੈਂਦੇ ਹਾਂ ਔਰ ਅੱਜ ਅਸੀਂ ਕੋਵਿਡ ਨੂੰ ਹਰਾਉਣਾ ਹੈ ਇਸੇ ਸਿੱਖਿਆ ਦੇ ਸਹਾਰੇ। पूरी दुनिया ਨੂੰ इस सिक्ख्या की अज लोड़ है और असली हीरो वो है जो हमेशा खुद भी चढ़ती कला विच रहे तो बाकियां नूं भी चढ़ती कला विच रखे। सो इस तरह का ही एक रियल हीरो साडे विच मौजूद ने डॉक्टर सारिका खन्ना, डिप्टी कमिश्नर, डिप्टी मैडिकल कमिश्नर कपूरथला, जो कि कोविड वॉरियर ने और अज कोविड-19 दियां जो मैनेजमेंट गाइडलाइंस ने, क्योंकि सैकेंड वेव दूसरी लहर शुरू हो चुकी है कोविड दी और इस बारे सानू किद्दां सुचेत रहना चाहिए है कि राह अपनाने चाहिए ने अपने आप नूं, अपने बच्चों नूं, अपने परिवार नूं ते आले दुआले नूं सुरक्षित रखने वास्ते। बहुत बहुत शुक्रिया कि तुसी समा कढ़िया है स्टूडियो दे विच आउण दा। धन्नवाद तुहाडा मैनूं अज इत्थे बुलाउण लई एंड लोकां दे रूबरू होण लई। जी, जिस तरह असी पहली लहर तो वाकफ हाँ, हाँ जी, दूसरी लहर शुरू हो चुकी है, की इहदे विच फर्क है दोवां लहरां च? ਜਿਹੜੀ ਦੂਸਰੀ ਲਹਿਰ ਹੁਣ ਆਈ ਹੈ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਲੋਕ ਇਨਫੈਕਟ ਹੋ ਰਹੇ ਹੈ ਜੀ। ਇਹ ਜਿਹੜੇ ਸਟ੍ਰੇਨਸ ਹੈ ਹੁਣ ਵੇਰੀਐਂਟ ਜਿਹੜੇ ਹੈ ਮਿਊਟੇਸ਼ਨਸ ਹੋਣੀਆਂ ਚੇਂਜ ਹੋਣੇ ਸ਼ੁਰੂ ਹੋ ਗਏ। ਜਿਹੜਾ ਪਹਿਲੀ ਲਹਿਰ 'ਚ ਸੀਗਾ ਬਹੁਤ ਜ਼ਿਆਦਾ ਲੋਕ ਨਹੀਂ ਹੋ ਰਹੇ ਸੀ ਇਨਫੈਕਟ, ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਕਿਉਂਕਿ ਇਹ ਜਿਹੜਾ ਸਟ੍ਰੇਨ ਹੈ ਇਹਦੀ ਇਨਫੈਕਟਿਵਿਟੀ ਬਹੁਤ ਜ਼ਿਆਦਾ ਹੈ। ਜਦੋਂ ਘਰ 'ਚ ਇੱਕ ਬੰਦਾ ਇਨਫੈਕਟ ਹੁੰਦਾ ਤੇ ਹੋਰ ਵੀ ਸਾਰੇ ਇਨਫੈਕਟ ਹੋ ਜਾਂਦੇ, 2 ਤੋਂ 3 ਗੁਣਾ ਜ਼ਿਆਦਾ ਇਨਫੈਕਟਿਵਿਟੀ ਹੈ ਜੀ। ਇਹਦੇ ਵਿੱਚ ਜਿਹੜੇ ਉਹਨਾਂ ਦੇ ਜਿਹੜਾ ਇੱਕ ਬੰਦਾ ਪੋਜ਼ਿਟਿਵ ਆਏਗਾ ਉਹਦੇ ਜਿਹੜੇ ਵੀ ਕਲੋਜ਼ ਫੈਮਿਲੀ ਹੈ, ਫੈਮਿਲੀ ਆਲਮੋਸਟ ਸਾਰੀ ਇਨਵੋਲਵ ਹੁੰਦੀ ਹੈ। ਜਿਹੜੇ ਉਹਦੇ ਕਲੋਜ਼ ਕੰਟੈਕਟਸ ਹੈ, ਜਿਹੜੇ ਉਹਦੇ ਨੇੜੇ ਆਉਂਦੇ ਹੈ, ਜਿਨ੍ਹਾਂ ਦੇ ਕੰਟੈਕਟ 'ਚ ਰਹਿੰਦਾ ਹੈਗਾ ਜ਼ਿਆਦਾ ਦੇਰ, ਉਹ ਸਾਰੇ ਪੋਜ਼ਿਟਿਵ ਆਉਂਦੇ ਹੈ। ਇੱਕ ਇਹਦੇ ਵਿੱਚ ਹੈ ਕਿ ਸੀਰੀਅਸ ਵੀ ਡਿਜ਼ੀਜ਼ ਜਲਦੀ ਹੋ ਰਹੀ ਹੈ, ਲੋਕ ਜਲਦੀ ਹਸਪੀਟਲ ਪਹੁੰਚ ਰਹੇ ਹੈ ਅਤੇ ਡੈਥਸ ਵੀ ਜਿਹੜੀਆਂ ਅਸੀਂ ਦੇਖੀਆਂ ਜ਼ਿਆਦਾ ਹੋ ਰਹੀਆਂ ਨੇ ਐਂਡ ਇਹ ਜਿਹੜਾ ਹੈਗਾ ਬਹੁਤ ਕਈ ਗੁਣਾ ਜ਼ਿਆਦਾ ਹੈ ਅਤੇ ਇਸ ਲਈ ਸਾਨੂੰ ਇਹਦੇ ਲਈ ਜ਼ਿਆਦਾ ਕੌਸ਼ੀਅਸ ਆਪ ਜਿਹੜੀਆਂ ਕਿ ਅਸੀਂ ਜ਼ਿਆਦਾ ਪ੍ਰੀਕੋਸ਼ਨਸ ਲਈਏ ਜਿੰਨਾ ਕਿ ਅਸੀਂ ਇਹਦੇ ਤੋਂ ਬਚ ਸਕੀਏ। ਤੇ ਇਹਦੇ ਜਿਹੜੇ ਸਿੰਪਟਮਸ ਨੇ ਉਹ ਪਹਿਲੇ ਵਾਲੇ ਨਾਲੋਂ ਕਿਹੜੇ ਵੱਖਰੇ ਸਿੰਪਟਮਸ ਨੇ? ਸੇਮ ਫਲੂ ਹੁੰਦਾ ਜਾਂ ਕੁਝ ਹੋਰ ਵੀ ਹੁੰਦਾ? ਫਲੂ ਤੇ ਹੋ ਹੀ ਸਕਦਾ ਇਹਦੇ ਵਿੱਚ, ਜਿਵੇਂ ਬੁਖਾਰ ਖਾਂਸੀ ਇਹ ਤੇ ਨਾਰਮਲ ਹਰ ਫਲੂ 'ਚ ਹੁੰਦਾ ਹੈ, ਬੁਖਾਰ ਹੋ ਗਿਆ, ਖਾਂਸੀ ਹੈ, ਜ਼ੁਕਾਮ, ਪਰ ਇਹਦੇ ਵਿੱਚ ਕਈ ਕੇਸਿਸ 'ਚ ਇਹ ਵਾਲੇ ਸਿੰਪਟਮਸ ਨਾ ਹੋ ਕੇ ਬਹੁਤ ਸਵੀਅਰ ਜਿਵੇਂ ਬੋਡੀ ਏਕਸ ਹੁੰਦੀਆਂ, ਜੋੜਾਂ 'ਚ ਦਰਦ ਹੈ, ਮਾਸਪੇਸ਼ੀਆਂ 'ਚ ਦਰਦ ਹੈ, ਥਕਾਵਟ ਬਹੁਤ ਜ਼ਿਆਦਾ ਹੋ ਰਹੀ ਹੈ ਬੰਦੇ ਨੂੰ, ਉਹਨੂੰ ਚਾਹੇ ਫੀਵਰ ਨਹੀਂ ਹੋ ਰਿਹਾ, ਥਕਾਵਟ ਹੋ ਰਹੀ ਹੈ, ਸਾਹ ਚੜ੍ਹ ਰਿਹਾ, ਜਾਂ ਕਈਆਂ ਨੂੰ ਜਿਹੜੇ ਅਸੀਂ ਕਹਿੰਦੇ ਪੇਟ ਦੇ ਲੱਛਣ ਹੁੰਦੇ ਹੈ, ਜਿਵੇਂ ਕਿ ਲੂਜ਼ ਮੋਸ਼ਨਸ ਆਉਣੇ ਸ਼ੁਰੂ ਹੋ ਗਏ, ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ, ਪੇਟ 'ਚ ਦਰਦ ਹੋਣਾ ਸ਼ੁਰੂ ਹੋ ਗਿਆ, ਜੋ ਬੰਦਾ ਕਈ ਵਾਰ ਸੋਚਦਾ ਇਹ ਕੁਛ ਹੋਰ ਹੈ ਬਟ ਉਹ ਵੀ ਕੋਵਿਡ ਦੇ ਹੀ ਸਿੰਪਟਮਸ ਹੈਗੇ, ਇਸ ਲਈ ਇਹ ਉਸ ਤੋਂ ਥੋੜਾ ਅਲੱਗ ਹੈ। मतलब उस नालों ज़्यादा खतरनाक है पहले वाले नालों? ज़्यादा खतरनाक है हाँ। खतरनाक इन सेंस किस तरह समझाओगे? खतरनाक ਅਸੀਂ ਇਸ ਤਰ੍ਹਾਂ ਹੈ ਕਿ ਇੱਕ ਤੇ ਇਹ ਬਹੁਤ ਜਲਦੀ ਇੱਕ ਬੰਦੇ ਤੋਂ ਦੂਜੇ ਨੂੰ ਹੋਏਗਾ, ਇਨਫੈਕਟਿਵਿਟੀ ਜ਼ਿਆਦਾ ਹੈ, ਤੇ ਇੱਕ ਜਿਹੜਾ ਕਿ ਇਹਦੇ ਵਿੱਚ ਜਦੋਂ ਸੀਰੀਅਸ ਪੇਸ਼ੈਂਟਸ ਹੋ ਜਾਂਦੇ ਹੈ ਉਹਨਾਂ ਵਿੱਚ ਜਿਹੜਾ ਹੈਗਾ ਹਸਪੀਟਲਾਈਜੇਸ਼ਨ ਜਲਦੀ ਹੋਣੀ ਚਾਹੀਦੀ ਹੈ, ਨਹੀਂ ਤੇ ਉਹਨਾਂ ਦੀ ਜਿਵੇਂ ਆਕਸੀਜਨ ਸੈਚੂਰੇਸ਼ਨ ਬਹੁਤ ਜਲਦੀ ਘੱਟ ਜਾਂਦੇ ਹੈ, 50 ਤੇ ਪਹੁੰਚ ਗਏ, 60 ਤੇ ਪਹੁੰਚ ਗਏ ਤੇ ਉਹਨਾਂ ਵਿੱਚ ਡੈਥਸ ਦਾ ਜਿਹੜਾ ਉਹ ਜ਼ਿਆਦਾ ਹੋਣੀਆਂ ਸ਼ੁਰੂ ਹੋ ਗਈ। ਜੀ, ਤੁਸੀਂ ਹੁਣ ਡਿਪਟੀ ਮੈਡੀਕਲ ਕਮਿਸ਼ਨਰ ਹੋ ਔਰ ਇਸ ਅਹੁਦੇ ਤੇ ਰਹਿੰਦੇ ਹੋਏ ਜੋ ਤੁਹਾਡੇ ਸਾਹਮਣੇ ਕੇਸਿਸ ਆਉਂਦੇ ਨੇ, ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜੋ ਕਿਸੇ 'ਚ ਸਿੰਪਟਮਸ ਹੋਣ, ਸਭ ਤੋਂ ਪਹਿਲਾਂ ਸਟੈਪ ਕੀ ਲਵੇ? ਜਦੋਂ ਵੀ ਕੋਈ ਜਿਵੇਂ ਪੋਜ਼ਿਟਿਵ ਆ ਜਾਂਦਾ ਹੈ ਸਭ ਤੋਂ ਪਹਿਲੇ ਤੇ ਉਹਨਾਂ ਨੂੰ ਕਾਲ ਕਰਦਾ ਹੈਲਥ ਡਿਪਾਰਟਮੈਂਟ ਜੀ। ਤੇ ਇਹਦੇ ਵਿੱਚ ਹੈ ਕਿ ਕੁਛ ਪੇਸ਼ੈਂਟਸ ਹੋਣਗੇ ਜਿਹਨੂੰ ਸ਼ਾਇਦ ਸਿੰਪਟਮਸ ਨਹੀਂ ਹੋਣਗੇ ਜਾਂ ਬਹੁਤ ਘੱਟ ਸਿੰਪਟਮਸ ਹੋਣਗੇ ਪਰ ਉਹ ਪੋਜ਼ਿਟਿਵ ਹੈ। 80% ਲੋਕ ਜਿਹੜੇ ਹੈ ਉਹ ਘਰ ਵਿੱਚ ਰਹਿ ਕੇ ਆਪਣਾ ਟ੍ਰੀਟਮੈਂਟ ਕਰ ਸਕਦੇ ਹੈ, ਸਾਰਿਆਂ ਨੂੰ ਹਸਪੀਟਲ ਆਉਣ ਦੀ ਲੋੜ ਨਹੀਂ ਹੈ। ਜਿਹਨੂੰ ਕਿ ਕੋਈ ਬਿਮਾਰੀ, ਜਿਹਨੂੰ ਹਲਕਾ ਜਿਹਾ ਬੁਖਾਰ ਹੈ, ਜ਼ੁਕਾਮ ਹੈ, ਉਹਨਾਂ ਨੂੰ ਉੱਥੇ ਹੀ ਉਹ ਟ੍ਰੀਟਮੈਂਟ ਕਰਾ ਸਕਦੇ ਹੈ। ਸਾਡੀ ਹੈਲਥ ਟੀਮ ਉਹਨਾਂ ਨੂੰ ਵਿਜ਼ਿਟ ਕਰਦੀ ਹੈ ਤੇ ਪੰਜਾਬ ਸਰਕਾਰ ਤੇ ਇੱਕ ਫਤਿਹ ਕਿੱਟ ਦਿੰਦੇ ਆ ਜਿਹਦੇ ਵਿੱਚ ਸਾਰੀਆਂ ਮੈਡੀਸਿਨਸ ਹੈ, ਉਹਨਾਂ ਨੂੰ ਜਾ ਕੇ ਮਿਲਦੇ ਨੇ। ਜਿਹੜੀ ਸਾਡੀ ਟੀਮਸ ਹੈ ਹਰ ਜਗ੍ਹਾ ਇੱਕ ਟੀਮਸ ਬਣੀਆਂ ਜਿਹਨੂੰ ਅਸੀਂ RRT ਕਹਿੰਦੇ ਹਾਂ, ਰੈਪਿਡ ਰਿਸਪੌਂਸ ਟੀਮਸ, ਹਰ ਏਰੀਏ ਦੀ ਹੈ। ਜੇ ਸਮਝੋ ਕੋਈ ਬਲਾਕ ਹੈ, ਕੋਈ ਕਾਲਾ ਸੰਘੀ ਹੈ, ਕੋਈ ਪਿੰਡ ਹੈ, ਉੱਥੇ ਦੀ ਆਸ਼ਾ ਵਰਕਰ ANM ਉੱਥੇ ਜਾ ਕੇ ਉਹਨੂੰ ਵਿਜ਼ਿਟ ਕਰਦੀ ਹੈ, ਉਹਨੂੰ ਪੁੱਛਦੀ ਹੈ ਤੁਹਾਡਾ ਹਾਲ ਕੀ ਹੈ। ਫਿਰ ਉਹਦੇ ਸਾਰੇ ਜਿਹੜੇ ਫੈਮਿਲੀ ਮੈਂਬਰਸ ਹੈ ਅਸੀਂ ਉਹਨਾਂ ਨੂੰ ਵੀ ਕਹਿਣਾ ਵੀ ਤੁਸੀਂ ਵੀ ਹੁਣ ਘਰ 'ਚ ਹੀ ਰਹਿਣਾ
ਕਿਉਂਕਿ ਤੁਸੀਂ ਉਹਦੇ ਕੰਟੈਕਟ 'ਚ ਆਏ ਹੋਏ ਹੋ ਜੀ। ਤੇ ਅਸੀਂ ਉਹਨਾਂ ਦੀ ਫਿਰ ਟੈਸਟਿੰਗ ਕਰਨੀ ਹੈ। ਟੈਸਟਿੰਗ ਇਹ ਹੈ ਕਿ ਅਸੀਂ ਉਸੇ ਦਿਨ ਨਹੀਂ ਕਰ ਲੈਂਦੇ, ਕਿਉਂਕਿ ਇਹ ਜਿਹੜੀ ਡਿਜ਼ੀਜ਼ ਹੈ ਇਹਦਾ ਹੁੰਦਾ 2 ਤੋਂ 14 ਦਿਨ ਤੱਕ ਬੰਦੇ 'ਚ ਸਿੰਪਟਮਸ ਆ ਸਕਦੇ ਜਿਹੜੇ ਕੰਟੈਕਟ 'ਚ ਆਏ ਜੀ ਜੀ। ਤੇ ਫਿਰ ਅਸੀਂ ਉਹਦੇ 5ਵੇਂ ਦਿਨ ਆਈਡਲੀ ਜਿਹੜਾ 5ਵੇਂ ਦਿਨ ਅਸੀਂ ਉਹਦਾ ਟੈਸਟ ਕਰਾਉਂਦੇ ਹਾਂ ਉਹਨਾਂ ਦੇ ਨਾਲ ਦੇ। ਜੇ ਪੋਜ਼ਿਟਿਵ ਆਉਂਦੇ ਆ ਤੇ ਉਹਨਾਂ ਦੇ ਵੀ ਫਿਰ ਲਾਈਨ ਆਫ ਟ੍ਰੀਟਮੈਂਟ ਸ਼ੁਰੂ ਹੋ ਜਾਂਦੀ ਹੈ। ਜੇ ਸਮਝੋ ਕੋਈ ਮਰੀਜ਼ ਹੈ ਡਾਇਬਟਿਕ ਹੈ, ਉਹਨੂੰ BP ਦੀ ਬਿਮਾਰੀ ਹੈ, ਹਾਰਟ ਪੇਸ਼ੈਂਟ ਹੈ ਜਾਂ ਕੋਈ ਕੈਂਸਰ ਦੀ ਬਿਮਾਰੀ ਹੈ, ਉਹਨਾਂ ਨੂੰ ਅਸੀਂ ਗਾਈਡ ਤੇ ਇਹੀ ਕਰਦੇ ਹਾਂ ਕਿ ਤੁਸੀਂ ਜਿਹੜਾ ਹਸਪੀਟਲ ਵਿੱਚ ਜਾਓ ਜਿਹੜਾ ਕਿ ਤੁਹਾਡੇ ਨੇੜੇ ਹੈ। ਹਰ ਜਗ੍ਹਾ ਆਈਸੋਲੇਸ਼ਨ ਫੈਸਿਲਿਟੀਜ਼ ਅਸੀਂ ਇਹਨਾਂ ਨੂੰ ਕਹਿੰਦੇ ਹਾਂ, ਲੈਵਲ 2 ਬਣੀ ਹੈ, ਲੈਵਲ 3 ਬਣੀਆਂ ਹੋਈਆਂ ਤੇ ਉੱਥੇ ਇਹ ਪੇਸ਼ੈਂਟਸ ਜਾ ਸਕਦੇ। ਓਕੇ, ਕਈ ਲੋਕ ਹੁੰਦੇ ਨੇ ਜਿਸ ਤਰ੍ਹਾਂ ਬੇਪਰਵਾਹ, ਕੁਝ ਨਹੀਂ ਹੋਇਆ, ਐਵੇਂ ਹੀ ਲੱਗੇ ਹੋਏ ਨੇ, ਕੋਈ ਕਰੋਨਾ ਸ਼ਰੋਨਾ ਨਹੀਂ ਹੁੰਦਾ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਪੇਸ਼ੈਂਟਸ ਇਦਾਂ ਦੇ ਵੀ ਹੈ ਜਿਹੜੇ ਮੇਬੀ ਸਾਡਾ ਫੋਨ ਕਾਲ ਵੀ ਨਹੀਂ ਚੁੱਕਣਗੇ, ਉਹਨਾਂ ਨੂੰ ਰਿਪੋਰਟ ਪਹੁੰਚ ਗਈ ਫੋਨ ਤੇ, ਉਹ ਕਹਿਣਗੇ ਕਿ ਹੁਣ ਤੇ ਹੈਲਥ ਸਟਾਫ ਸਾਨੂੰ ਫੋਨ ਕਰੇਗਾ, ਉਹ ਸਾਡੇ ਫੋਨ ਨਹੀਂ ਰਿਸੀਵ ਕਰਨਗੇ। ਸਾਡਾ ਪੂਰਾ ਇੱਕ ਐਡਮਿਨਿਸਟ੍ਰੇਸ਼ਨ ਤੇ ਹੈਲਥ ਡਿਪਾਰਟਮੈਂਟ ਇਨ ਕੋਆਰਡੀਨੇਸ਼ਨ ਚੱਲਦੇ ਹੈ। ਇੱਕ ਪੂਰਾ ਡਾਟਾ ਸੈੱਲ ਐਡਮਿਨਿਸਟ੍ਰੇਟਿਵ ਆਫਿਸ 'ਚ ਬਣਿਆ ਹੋਇਆ, ਉਹ ਵੀ ਹਰ ਬੰਦੇ ਨੂੰ ਜਿਹੜਾ ਕਾਲ ਕਰਦੇ ਨੇ। ਜੇ ਉਹ ਕਾਲ ਨਹੀਂ ਪਿਕ ਕਰਦਾ ਤੇ ਪੁਲਿਸ ਡਿਪਾਰਟਮੈਂਟ ਵੀ ਸਾਡੇ ਨਾਲ ਨੇ। ਉਹ ਜਿਹੜੀਆਂ ਸਾਰੀਆਂ ਫੋਨ ਕਾਲਸ ਹੈ ਅਸੀਂ ਪੁਲਿਸ ਡਿਪਾਰਟਮੈਂਟ ਨੂੰ ਕਰ ਦਿੰਦੇ ਹਾਂ ਐਂਡ ਦੈਨ ਫਿਰ ਉਹ ਵੈਰੀਫਾਈ ਕਰਦੇ ਉਹ ਬੰਦੇ ਕੋਲ, ਫਿਰ ਤੇ ਉਹ ਆਪਣੇ ਆਪ ਸਾਡੇ ਜਿਹੜੇ ਕੰਟੈਕਟਸ ਆ ਜਾਂਦੇ ਆ। ਹੁਣ ਅਸੀਂ ਸ਼ੁਰੂ ਕਰਾਂਗੇ ਕਿ ਜਿਹੜੀ ਇਹਨਾਂ ਦੀ ਟ੍ਰੇਸਿੰਗ ਕੀਤੀ ਪੁਲਿਸ ਨੇ ਤੇ ਟੈਸਟਿੰਗ ਕੀਤੀ ਹੈ, ਇਹਦੇ ਚ ਕਹਿੰਦੇ ਨੇ ਕਿ ਜਿਹੜੀ ਚੇਨ ਬਣ ਜਾਂਦੀ ਹੈ, ਕਿਉਂਕਿ ਅੱਗੇ ਇਨਫੈਕਸ਼ਨ ਚੱਲਦੀਆਂ ਨੇ, ਉਹ ਚੇਨ ਨੂੰ ਕਿੱਦਾਂ ਤੋੜਨਾ ਹੈ, ਕਿੱਦਾਂ ਬ੍ਰੇਕ ਕਰਨਾ ਹੈ? ਇਹਦੇ ਵਿੱਚ ਮੇਨਲੀ ਅਸੀਂ ਕਹਿੰਦੇ ਹੁੰਦੇ ਹਾਂ ਕਿ ਕੰਟੈਕਟ ਟ੍ਰੇਸਿੰਗ, ਫਿਰ ਉਹਨਾਂ ਦੀ ਟੈਸਟਿੰਗ, ਫਿਰ ਉਹਨਾਂ ਦਾ ਟ੍ਰੀਟਮੈਂਟ। ਪਹਿਲੇ ਤਾਂ ਅਸੀਂ ਕੰਟੈਕਟ ਜਿਹੜਾ ਇੱਕ ਪੋਜ਼ਿਟਿਵ ਆ ਗਿਆ, ਸਮਝੋ ਮੈਂ ਆ ਗਈ, ਮੇਰੇ ਘਰ ਦੇ ਬੰਦੇ ਤੇ ਸਾਰੇ ਮੇਰੇ ਕੰਟੈਕਟਸ ਹੈ ਹੀ ਹੈ ਕਿਉਂਕਿ ਉਹ ਮੇਰੇ ਨਾਲ ਰਹਿ ਰਹੇ ਇੱਕੋ ਜਗ੍ਹਾ। ਹਾਂ, ਜਾਂ ਫਿਰ ਮੇਰੇ ਆਫਿਸ 'ਚ ਜਿਹੜੇ ਲਗਾਤਾਰ ਮੇਰੀ ਕੰਟੈਕਟਸ 'ਚ ਰਹਿ ਰਹੇ ਇੱਕੋ ਕਮਰੇ 'ਚ ਅਗਰ ਉਹ ਬੈਠੇ ਨੇ, ਉਹ ਵੀ ਮੇਰੇ ਕਲੋਜ਼ ਕੰਟੈਕਟਸ ਹੈ। ਅਸੀਂ ਉਹਨਾਂ ਸਾਰਿਆਂ ਦੇ ਇੱਕ ਤੇ ਸਿੰਪਟਮਸ ਦੇਖਣੇ ਆ ਤੇ ਨਹੀਂ ਆਉਣੇ ਸ਼ੁਰੂ ਹੋ ਗਏ ਤੇ ਉਹਨਾਂ ਦੀ ਟੈਸਟਿੰਗ ਤੇ ਜ਼ਰੂਰ ਕਰਨੀ ਹੈ। ਇਹ ਸਾਡੇ ਕਲੋਜ਼ ਕੰਟੈਕਟਸ ਹੈ। ਜੋ ਸਰਕਾਰ ਕਹਿੰਦੀ ਉਹ ਕਹਿੰਦੇ ਅਗਰ ਇੱਕ ਬੰਦਾ ਪੋਜ਼ਿਟਿਵ ਆਉਂਦਾ ਉਹਦੇ ਪਿੱਛੇ ਤੁਹਾਡੇ 30 ਕੰਟੈਕਟਸ ਜਿਹੜੇ ਆ ਤੁਸੀਂ ਟ੍ਰੇਸ ਕਰੋ ਤੇ ਉਹਨਾਂ ਦੀ ਟੈਸਟਿੰਗ ਵੀ ਕਰੋ, ਤੇ ਜੇ ਅਗਰ ਉਹ ਪੋਜ਼ਿਟਿਵ ਹੈ ਤੇ ਉਹਨਾਂ ਦੀ ਵੀ ਫਿਰ ਇਹੀ ਚੇਨ ਸ਼ੁਰੂ ਹੋ ਜਾਏਗੀ। ਜੇ ਅਸੀਂ ਕੰਟੈਕਟ ਅੱਛੀ ਤਰ੍ਹਾਂ ਟ੍ਰੇਸ ਕਰ ਲਾਂਗੇ ਤੇ ਅਸੀਂ ਇਹ ਚੇਨ ਬ੍ਰੇਕ ਕਰ ਲਾਂਗੇ, ਕਿਉਂਕਿ ਅਸੀਂ ਉਹਨਾਂ ਨੂੰ ਫਿਰ ਬਾਹਰ ਜਾਣ ਤੋਂ ਰੋਕਣਾ। ਉਹਨਾਂ ਨੂੰ ਵੀ ਕਹਿਣਾ ਕਿ ਤੁਸੀਂ ਘਰ 'ਚ ਆਈਸੋਲੇਟ ਹੋ। ਉਹਨਾਂ ਨੂੰ ਅਸੀਂ ਕੁਆਰੰਟਾਈਨ ਕਹਿੰਦੇ ਹਾਂ ਵੀ ਜਿਹੜੇ ਹਜੇ ਪੋਜ਼ਿਟਿਵ ਨਹੀਂ ਹੋਏ ਬਟ ਜਿਹੜੇ ਕਿ ਪੋਜ਼ਿਟਿਵ ਹੋ ਸਕਦੇ ਜਾਂ ਕੰਟੈਕਟਸ ਆਏ ਹੈ, ਉਹਨਾਂ ਨੂੰ ਵੀ ਜਿਹੜਾ ਕਹਿਣਾ ਪੈਂਦਾ ਕਿ ਤੁਸੀਂ ਕੁਆਰੰਟਾਈਨ ਹੋਣਾ। ਇਹਦੇ ਵਿੱਚ ਅਸੀਂ ਜਿਹੜਾ ਕੰਟੈਕਟ ਬੰਦਾ ਪੋਜ਼ਿਟਿਵ ਆਉਂਦਾ ਉਹਨੂੰ ਪੁੱਛਦੇ ਆ ਤੇਰੇ ਕੰਟੈਕਟਸ ਕੌਣ ਕਿੱਥੇ ਗਏ ਹੋ ਤੁਸੀਂ, ਕਿੱਥੇ ਤੁਸੀਂ ਗਏ ਹੋ, ਵੀ ਕਿਹੜੇ ਕੰਟੈਕਟਸ ਹੋ ਸਕਦੇ। ਇੱਕ ਕਲੋਜ਼ ਕੰਟੈਕਟ ਹੈ, ਇੱਕ ਕੈਜੂਅਲ ਕੰਟੈਕਟਸ ਹੈ, ਜਿਹੜੇ ਕਦੀ ਤੁਸੀਂ ਮਿਲੇ ਹੋ, ਸ਼ਾਇਦ ਇੱਕ ਹਾਲ 'ਚ ਇਕੱਠੇ ਬੈਠੇ ਸੀ, ਉਹ ਵੀ ਤੁਹਾਡੇ ਹੈ, ਬਟ ਉਹਨਾਂ ਨੂੰ ਵੀ ਅਸੀਂ ਅਵੇਅਰ ਕਰਨਾ ਹੈ ਕਿ ਤੁਸੀਂ ਵੀ ਜਿਹੜੇ ਹੈਗੇ ਆ ਅਗਰ ਕਿਸੇ ਨੂੰ ਵੀ ਸਿੰਪਟਮ ਹੈ ਤੁਸੀਂ ਆਪਣਾ ਟੈਸਟ ਕਰਾਓ। ਯਾਨੀ ਕਿ ਨੰਬਰ 1 ਕਿ ਜਿਹੜਾ ਇਹ ਸੈਕੰਡ ਵੇਵ ਹੈ ਸਭ ਤੋਂ ਜ਼ਿਆਦਾ ਖਤਰਨਾਕ ਹੈ ਪਹਿਲੇ ਨਾਲੋਂ। ਦੂਸਰਾ, ਜੇ ਸਿੰਪਟਮਸ ਆਉਣ ਇਗਨੋਰ ਨਹੀਂ ਕਰਨਾ ਹੈਗਾ, ਇਗਨੋਰ ਬਿਲਕੁਲ ਨਹੀਂ, ਔਰ ਤੁਸੀਂ ਹਮੇਸ਼ਾ ਧਿਆਨ ਦੇਣਾ ਹੈ, ਡਾਕਟਰ ਦੇ ਕੰਟੈਕਟ ਵਿੱਚ ਰਹਿਣਾ ਹੈ। ਥਰਡ, ਜੇ ਕੋਈ ਬੰਦਾ ਤੁਹਾਡੇ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਤੁਹਾਡੀ ਹੈਲਪ ਕਰਦੀ ਹੈ। ਹਾਂ, ਪੁਲਿਸ ਹੈਲਪ ਕਰਦੀ ਹੈ, ਉਹਨੂੰ ਟ੍ਰੇਸ ਕਰਕੇ ਲੈ ਕੇ ਆਉਂਦੀ ਹੈ। ਚੌਥਾ, ਫਿਰ ਉਹਦੇ ਜਿਹੜੇ ਸਾਰੇ ਕੰਟੈਕਟ ਨੇ ਉਹਨਾਂ ਨੂੰ ਤੁਸੀਂ ਟ੍ਰੇਸ ਕਰਕੇ ਚੇਨ ਨੂੰ ਬ੍ਰੇਕ ਕਰਨ ਦੀ, ਤੋੜਨ ਦੀ ਕੋਸ਼ਿਸ਼ ਕਰਦੇ ਹੋ। ਹੁਣ ਆ ਗਿਆ ਕਿ ਆਪਾਂ ਉਹਦਾ ਟ੍ਰੀਟਮੈਂਟ ਦੀ ਲਾਈਨ ਕੀ ਰਹੇਗੀ, ਕਿੱਦਾਂ ਟ੍ਰੀਟਮੈਂਟ ਕਰਨਾ ਹੈ। ਇੱਕ ਤਾਂ ਤੁਸੀਂ ਕਿਹਾ ਕਿ ਹੋਮ ਆਈਸੋਲੇਸ਼ਨ ਜ਼ਰੂਰੀ ਹੈ। ਜਿਹੜੇ 80% ਲੋਕ ਹੈ, 80% ਜਿਹੜੇ ਹੈ ਉਹ ਹੋਮ ਆਈਸੋਲੇਸ਼ਨ 'ਚ ਰਹਿ ਕੇ ਹੀ ਠੀਕ ਹੋ ਸਕਦੇ ਆ। ਇਸ ਲਈ ਸਾਨੂੰ ਪੈਨਿਕ ਹੋਣ ਦੀ ਜਾਂ ਬਹੁਤ ਡਰਨ ਦੀ ਲੋੜ ਨਹੀਂ ਹੈ ਵੀ ਮੈਂ ਨਹੀਂ ਠੀਕ ਹੋ ਸਕਦਾ। ਤੇ ਜਿਹੜਾ ਪੋਜ਼ਿਟਿਵ ਆਏਗਾ, ਮੈਂ ਆਪ ਵੀ ਆ ਚੁੱਕੀ ਹਾਂ ਲਾਸਟ ਈਅਰ ਅਗਸਤ 'ਚ, ਤੇ ਅਸੀਂ ਘਰ ਰਹਿ ਕੇ ਹੀ ਮੈਂ ਠੀਕ ਹੋ ਗਈ। ਪ੍ਰੋਟੋਕੋਲ ਸਾਰਾ ਫੋਲੋ ਕੀਤਾ। ਤੁਸੀਂ ਆਪਣੇ ਇੱਕ ਕਮਰੇ 'ਚ ਅਲੱਗ, ਤੁਹਾਡਾ ਬਾਥਰੂਮ ਅਲੱਗ ਹੋਣਾ ਚਾਹੀਦਾ ਹੈ, ਤੁਸੀਂ ਆਪਣੇ ਜਿਹੜੇ ਬਰਤਨ ਅਲੱਗ ਹੋਗੇ, ਉਹ ਜਿਹੜਾ ਪੇਸ਼ੈਂਟ ਹੈਗਾ ਤੇ ਉਹਨਾਂ ਨੇ ਸੇਮ ਬਰਤਨ ਉਹੀ ਉਹ ਬਾਹਰ ਰੱਖੇਗਾ, ਉਹਦੇ ਵਿੱਚ ਖਾਣਾ ਪਾ ਦੇਣਗੇ, ਤੁਸੀਂ ਆਪਣਾ ਖਾਣਾ ਖਾ ਲਓ। ਤੁਸੀਂ ਅਲੱਗ ਰਹੋਗੇ ਬਟ ਤੁਸੀਂ ਆਪਣੀ ਫੈਮਿਲੀ ਨੂੰ ਸੇਫ ਕਰ ਲਓਗੇ। ਜਿਵੇਂ ਕਿ ਜਦੋਂ ਮੈਂ ਪੋਜ਼ਿਟਿਵ ਆਈ ਮੇਰੀ ਫੈਮਿਲੀ ਸਾਰੀ ਸੇਫ ਸੀ, ਬਿਕੋਜ਼ ਮੈਨੂੰ ਜਦੋਂ ਸਿੰਪਟਮ ਆਇਆ ਮੈਂ ਉਦੋਂ ਹੀ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ, ਬਿਕੋਜ਼ ਮੈਨੂੰ ਪਤਾ ਮੈਂ ਹੈਲਥ ਡਿਪਾਰਟਮੈਂਟ 'ਚ ਮੈਂ ਜਾ ਰਹੀ ਹਾਂ, ਸੋ ਮੇਰੇ ਨਾਲ ਤੇ ਬਹੁਤ ਲੋਕ ਦੇ ਕੰਟੈਕਟ 'ਚ ਮੈਂ ਆ ਰਹੀ ਹਾਂ ਡਿਸਪਾਈਟ ਟੇਕਿੰਗ ਪ੍ਰੀਕਾਸ਼ਨਸ। ਤੇ ਇਸ ਲਈ ਜਿਹੜਾ ਵੀ ਬੰਦਾ ਪੋਜ਼ਿਟਿਵ ਆਏ, ਡਰਨ ਦੀ ਲੋੜ ਨਹੀਂ ਹੈਗਾ। ਤੁਸੀਂ ਅਲੱਗ ਇੱਕ ਕਮਰੇ 'ਚ ਆਪਣੇ ਆਪ ਨੂੰ ਰੱਖੋ। ਤੁਸੀਂ ਇਹ ਨਹੀਂ ਹੈ ਕਿ ਲੋਕਾਂ ਦੇ ਕੰਟੈਕਟ 'ਚ ਨਹੀਂ ਹੋ। ਅੱਜ ਕੱਲ੍ਹ ਫੋਨ
ਹੈਗੇ ਹੈ, ਵੀਡੀਓ ਕਾਲ ਕਰੋ, ਤੁਸੀਂ ਆਪਣੇ ਪ੍ਰੋਗਰਾਮਸ ਦੇਖੋ, ਕੁਝ ਵੀ ਟੀਵੀ ਦੇਖ ਸਕਦੇ ਹੈਗੇ ਹੋ, ਆਪਣੀਆਂ ਜਿਹੜੀਆਂ ਪਸੰਦ ਦੀਆਂ ਚੀਜ਼ਾਂ ਕਰ ਸਕਦੇ ਹੋ। ਉਹਦੇ ਲਈ ਫਿਰ ਜਿਹੜੀਆਂ ਮੈਡੀਸਿਨਸ ਹੈ, ਤੁਸੀਂ ਸਿੰਪਲ ਪੈਰਾਸੀਟਾਮੋਲ ਖਾਣੀ ਹੈ, ਵਿਟਾਮਿਨ ਸੀ ਲੈਣੀ ਹੈ, ਜ਼ਿੰਕ ਟੈਬਲੇਟਸ ਲੈਣੀ ਹੈ, ਜਿਹੜੀਆਂ ਕਿ ਸਾਡੇ ਇਮਿਊਨਿਟੀ ਬੂਸਟਰਸ ਹੈਗੇ ਆ। ਹਾਂ, ਸਟੀਮ ਇਨਹੇਲੇਸ਼ਨ ਕਰੋ, ਗਰਾਰੇ ਕਰਨੇ ਹੈਗੇ ਆ। ਇਹ ਸਾਰੀ ਜਿਹੜੀ ਸਾਡੀ ਫਤਿਹ ਕਿੱਟ ਅਸੀਂ ਦਿੰਦੇ ਹਾਂ, ਉਹਦੇ ਵਿੱਚ ਇਹ ਸਾਰਾ ਕੁਝ ਹੈ। ਈਵਨ ਕਾੜੇ ਦੇ ਪੈਕੇਟਸ ਵੀ ਹੈਗੇ, ਸਟੀਮਰ ਹੈ, ਪਲਸ ਆਕਸੀਮੀਟਰ ਜਿਹੜਾ ਇੱਕ ਬਹੁਤ ਜ਼ਰੂਰੀ ਹੈ, ਆਕਸੀਜਨ ਸੈਚੂਰੇਸ਼ਨ ਦੇਖਣੀ ਬਹੁਤ ਜ਼ਰੂਰੀ ਹੈ। ਉਹ ਘਰ ਰਹਿ ਕੇ ਅਸੀਂ ਸਿੰਪਲੀ ਦੇਖ ਸਕਦੇ ਹਾਂ, ਛੋਟਾ ਜਿਹਾ ਇਕਵਿਪਮੈਂਟ ਹੈ ਜਿਹੜਾ ਕਿ ਅਸੀਂ ਆਪਣੇ ਫਿੰਗਰ 'ਤੇ ਲਗਾ ਕੇ ਦੇਖ ਲੈਣਾ ਵੀ ਜੇ ਸਾਡੀ 95 ਤੋਂ ਉੱਪਰ ਹੈ ਤੇ ਸਾਡੀ ਆਕਸੀਜਨ ਜਿਹੜੀ ਠੀਕ ਹੈ। ਜੇ ਸਾਡੀ ਲੱਗਦਾ ਘਟਣੀ ਸ਼ੁਰੂ ਹੋ ਗਈ ਤੇ ਅਸੀਂ ਫਿਰ ਇੱਕ ਕਾਲ ਕਰ ਲੈਣੀ ਹੈ ਹਸਪੀਟਲ ਨੂੰ, ਮੈਡੀਕਲ ਸਟਾਫ ਨੂੰ। ਤੁਸੀਂ ਕਿੱਟ ਦਾ ਨਾਮ ਬੜਾ ਸੋਹਣਾ ਰੱਖਿਆ ਹੋਇਆ ਹੈ, ਫਤਿਹ, ਕਿਉਂਕਿ ਨਾਂ ਜਿਹੜੇ ਨੇ, ਸ਼ਬਦ ਜਿਹੜੇ ਨੇ ਉਹ ਅਸਰ ਪਾਉਂਦੇ ਨੇ, ਜਿਵੇਂ ਚੜ੍ਹਦੀ ਕਲਾ, ਹਾਂਜੀ, ਉਹਦਾ ਅਸਰ ਪਏਗਾ। ਸੋ ਤੁਸੀਂ ਦੱਸਿਆ ਕਿ ਹੋਮ ਆਈਸੋਲੇਸ਼ਨ ਜ਼ਰੂਰੀ ਹੈ, ਕਿਉਂਕਿ ਤੁਹਾਡੇ ਦਾ ਆਪਣਾ ਕੇਸ ਹੈ, ਥੋੜਾ ਡਿਟੇਲ 'ਚ ਅਸੀਂ ਜਾਣਾ ਚਾਹਾਂਗੇ। ਕੱਪੜੇ ਵਗੈਰਾ ਵੀ ਆਪ ਵਾਸ਼ ਕਰਨੇ ਨੇ, ਆਪਣੇ ਕਮਰੇ ਨੂੰ ਵੀ ਖੁਦ ਸਾਫ਼ ਕਰਨਾ ਹੈ, ਮਤਲਬ ਆਪਣੀ ਪੂਰੀ ਕੇਅਰ ਆਪ ਕਰਨੀ ਹੈ ਉਹਦੇ। ਜੀ, ਅੱਛਾ ਜੀ, ਜਿਵੇਂ ਕੁਝ ਲੋਕ ਅਰ ਹੋ ਸਕਦਾ ਹੈ ਕਿ ਉਹ ਬੰਦਾ ਆਪਣੀ ਕੇਅਰ ਖੁਦ ਨਹੀਂ ਕਰ ਸਕਦਾ, ਬਜ਼ੁਰਗ ਨੇ। ਵੈਸੇ ਤੇ ਬਜ਼ੁਰਗਾਂ ਨੂੰ ਅਸੀਂ ਤੇ ਕਹਿੰਦੇ ਕਿ 60 ਪਲੱਸ ਹੈ ਜਾਂ ਕੁਛ ਹੈ, ਤੁਸੀਂ ਹਸਪੀਟਲਸ 'ਚ ਰਹੋ, ਕਿਉਂਕਿ ਉਹਨਾਂ ਦਾ ਸਾਨੂੰ ਥੋੜਾ ਡਰ ਰਹਿੰਦਾ ਕਿ ਇਹਨਾਂ ਨੂੰ ਜ਼ਿਆਦਾ ਸਿੰਪਟਮਸ ਨਾ ਆ ਜਾਣ। ਬਟ ਜੇ ਫਿਰ ਵੀ ਲੋਕ ਘਰ ਰਹਿਣਾ ਚਾਹੁੰਦੇ ਤੇ ਉਹਨਾਂ ਲਈ ਕੇਅਰ ਗਿਵਰ ਜਾਂ ਕੇਅਰ ਟੇਕਰ ਜਿਹੜਾ ਹੈਗਾ, ਉਹਨੂੰ ਵੀ ਅਸੀਂ ਗਾਈਡਲਾਈਨਸ ਦਿੱਤੀਆਂ ਹੁੰਦੀਆਂ ਕਿ ਤੁਸੀਂ ਇਹਨਾਂ ਦੀ ਕਿੱਦਾਂ ਦੇਖ ਰੇਖ ਕਰਨੀ ਹੈ, ਕਿੱਦਾਂ ਤੁਸੀਂ ਇਹਦੇ ਨਾਲ ਦੂਰੀ ਤੇ ਰਹਿਣਾ ਹੈ, ਤੁਸੀਂ ਮਾਸਕ ਪਾ ਕੇ ਅੰਦਰ ਜਾਣਾ ਹੈਗਾ, ਇਹਨਾਂ ਨੂੰ ਪਕੜ ਕੇ ਤੁਸੀਂ ਜੇ ਲੈ ਕੇ ਜਾਣਾ ਹੈ, ਗਲਵਸ ਪਾ ਕੇ ਰੱਖਣੇ ਆ। ਤੇ ਕੇਅਰ ਗਿਵਰ ਉਹਨਾਂ ਲਈ ਸਾਨੂੰ ਲੋੜ ਹੈਗੀ ਹੈ। ਤੇ ਕੇਅਰ ਗਿਵਰ ਜਦੋਂ ਕੋਈ ਹੈ, ਉਹ ਅਸੀਂ ਇੱਕ ਐਫੀਡੇਵਿਟ ਸਾਈਨ ਕਰਾਉਂਦੇ ਹਾਂ ਕਿ ਇਹ ਕੇਅਰ ਗਿਵਰ ਤੁਸੀਂ ਇਹ ਵਾਲੇ ਸਾਰੇ ਪੁਆਇੰਟਸ ਫੋਲੋ ਕਰਨੇ ਆ, ਕਿਉਂਕਿ ਜਿੰਨਾ ਕਿ ਤੁਸੀਂ ਇਨਫੈਕਟ ਨਾ ਹੋ ਜਾਓ। ਤੁਸੀਂ ਆਪਣਾ ਮਾਸਕ ਵੀ ਪਾਓ, ਤੁਸੀਂ ਆਪਣੇ ਗਲਵਸ ਵੀ ਪਾਓ, ਤੇ ਜੇ ਉਹਨਾਂ ਕੋਲ ਬੈਠੇ ਹੋ ਤੇ ਦੂਰੀ ਤੇ ਬੈਠੋ ਉਹਨਾਂ ਦੇ ਕਮਰੇ 'ਚ ਜਾ ਕੇ। ਜਿਸ ਤਰ੍ਹਾਂ ਹੁਣ ਆਪਾਂ ਟ੍ਰੀਟਮੈਂਟ ਦੀ ਗੱਲ ਕਰਦੇ ਹਾਂ ਮੈਮ, 3 ਸਟੇजेस ਨੇ। ਇੱਕ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਕਿਸੇ ਨੂੰ ਇਹ ਤਕਲੀਫ ਹੋ ਗਈ ਹੈ, ਦੂਸਰਾ ਕਿ ਥੋੜੀ ਅੱਗੇ ਵਧ ਗਈ ਹੈ, ਸਟੇਜ B ਆ ਚੁੱਕੀ ਹੈ, ਮਿਡਲ, ਹਾਂਜੀ, ਤੀਸਰਾ ਹੈ ਸਵੀਅਰ ਜੋ ਸਭ ਤੋਂ ਟੌਪ ਤੇ ਜਾ ਚੁੱਕਾ ਹੈ। ਹੁਣ ਸਵੀਅਰ ਵਾਲਾ ਤੇ ਹਸਪੀਟਲਾਈਜ਼ ਹੋਏਗਾ, ਹਾਂਜੀ, ਤਾਂ ਜਿਹੜਾ ਸਟੇਜ B ਹੈ ਉਹ ਇਹਦੇ ਵਿੱਚ 3 ਸਟੇजेस ਹੈ। ਕੋਵਿਡ ਮੈਨੇਜਮੈਂਟ, ਜਿਵੇਂ ਪੰਜਾਬ ਸਰਕਾਰ ਨੇ ਜਿਹੜਾ ਸਾਡਾ ਇੱਕ ਐਕਸਪਰਟ ਗਰੁੱਪ ਹੈ ਅੰਡਰ ਡਾਕਟਰ ਤਲਵਾਰ ਨੇ, ਐਡਵਾਈਜ਼ਰ ਟੂ CM ਹੈ, ਉਹਨਾਂ ਨੇ ਪ੍ਰੋਪਰ ਗਾਈਡਲਾਈਨਸ ਬਣਾਈਆਂ ਹੋਈਆਂ ਜਿਹੜੀਆਂ ਕਿ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਹਸਪੀਟਲ ਸਭ ਨੂੰ ਭੇਜੀਆਂ ਹੋਈਆਂ ਗਾਈਡਲਾਈਨਸ ਕਿ ਮਾਈਲਡ ਕੇਸਿਸ 'ਚ ਕੀ ਕਰਨਾ ਹੈ, ਮੋਡਰੇਟ 'ਚ ਕੀ ਕਰਨਾ ਹੈ ਤੇ ਸਵੀਅਰ 'ਚ ਕੀ ਕਰਨਾ ਹੈ। ਜਿਹੜੇ ਮੋਡਰੇਟ ਕੇਸਿਸ ਹੈ ਉਹ ਹਸਪੀਟਲਾਈਜ਼ ਤੇ ਹੋਣਗੇ ਜਿਨ੍ਹਾਂ ਦੀ ਆਕਸੀਜਨ 95 ਤੋਂ ਘੱਟ ਗਈ, ਪਰ ਉਹਨਾਂ ਨੂੰ ਬਹੁਤ ਜ਼ਿਆਦਾ ਹੋਰ ਪ੍ਰੋਬਲਮਸ ਨਹੀਂ ਹੈ, ਉਹ ਹਸਪੀਟਲ 'ਚ ਰਹਿਣਗੇ, ਉਹਨਾਂ ਨੂੰ ਆਕਸੀਜਨ ਲੱਗ ਜਾਏਗੀ ਕਿ ਕਿੰਨੀ ਜ਼ਿਆਦਾ ਉਹਦੀ ਹੋਣੀ ਹੈ, ਕਿਸੇ ਨੂੰ 5 ਲੀਟਰ ਲੱਗਦੀ ਹੈ, ਕਿਸੇ ਨੂੰ 10 ਲੀਟਰ, ਉਹਦਾ ਆਪਣਾ ਹੈਗਾ, ਉਹ ਆਕਸੀਜਨ ਲੱਗੇਗੀ। ਜਿਹੜੇ ਬਹੁਤ ਸਵੀਅਰ ਹੋ ਜਾਂਦੇ ਆ, ਜਿਨ੍ਹਾਂ ਨੂੰ ਵੈਂਟੀਲੇਟਰ 'ਤੇ ਪਾਉਣਾ ਪੈਂਦਾ, ਉਹ ਲੈਵਲ 3 ਕਹਿੰਦੇ ਹਾਂ ਅਸੀਂ। ਇੱਕ ਲੈਵਲ 2 ਹਸਪੀਟਲਸ ਨੇ, ਇੱਕ ਲੈਵਲ 3 ਨੇ। ਜਿਹੜੇ ICUs ਹੈ ਉਹ ਲੈਵਲ 3 'ਚ ਆਉਂਦੇ, ਉਹਨਾਂ ਨੂੰ ਅਸੀਂ ਫਿਰ ਲੈਵਲ 3 ਹਸਪੀਟਲ 'ਚ ਰੱਖਦੇ ਹਾਂ। ਔਰ ਇਹਦੇ ਬਾਰੇ ਜਿਹੜਾ ਹੈਗਾ, ਇਹ ਸਾਡੀ ਜਿਹੜੀ ਕੋਵਾ ਪੋਰਟਲ ਹੈ, ਇੱਕ ਡੈਸ਼ਬੋਰਡ ਹੈ ਉਹਦੇ ਤੇ ਬੈਡਸ ਦੀ ਅਵੇਲੇਬਿਲਿਟੀ ਡੇ ਟੂ ਡੇ 3 ਟਾਈਮ ਅਸੀਂ ਰੋਜ਼ ਉਹਦੇ ਵਿੱਚ ਅਪਡੇਟ ਕਰਦੇ ਹਾਂ ਕਿ ਸਾਡੇ ਕਿਹੜੇ ਹਸਪੀਟਲ 'ਚ ਕਿੰਨੇ ਬੈਡਸ ਹੈ, ਸੋ ਦੈਟ ਕਿ ਪੀਪਲ ਅਵੇਅਰ ਹੋਣ ਕਿੱਥੇ ਜਾਣਾ ਹੈ ਅਸੀਂ। ਓਕੇ, ਉਹ ਵੈਬਸਾਈਟ ਦੇ ਉੱਤੇ ਤੁਹਾਡਾ, ਹਾਂਜੀ ਹਾਂਜੀ। ਓਕੇ, ਜਿਹੜੀ ਹੈਲਪਲਾਈਨ ਹੈ ਨਾਲ ਤੁਸੀਂ ਇਹ ਵੀ ਦੱਸੋ, ਕਿਉਂਕਿ ਤੁਸੀਂ ਵੈਬਸਾਈਟ ਦਾ ਜ਼ਿਕਰ ਕੀਤਾ ਹੈ। ਹਾਂਜੀ, ਹੈਲਪਲਾਈਨ ਹਰ ਜਿਹੜਾ ਡਿਸਟ੍ਰਿਕਟ ਹੈ ਉਹਨਾਂ ਨੇ ਆਪਣੀਆਂ ਹੈਲਪਲਾਈਨਸ ਰੱਖੀਆਂ ਹੋਈਆਂ। ਜਿਹੜੀ ਇੱਕ 104 ਹੈਲਪਲਾਈਨ ਹੈ, ਉੱਥੇ ਕੋਈ ਵੀ ਕਾਲ ਕਰ ਸਕਦਾ। ਬਾਕੀ ਹਰ ਡਿਸਟ੍ਰਿਕਟ ਨੇ ਆਪਣੀ ਇੱਕ ਹੈਲਥ ਡਿਪਾਰਟਮੈਂਟ ਦਾ ਕੰਟਰੋਲ ਰੂਮ ਹੈ, ਜਿਹਦਾ ਕਿ ਨੰਬਰ ਉਹ ਮੀਡੀਆ 'ਚ ਸਰਕੂਲੇਟ ਕਰਦੇ ਰਹਿੰਦੇ ਆ ਬਾਰ-ਬਾਰ। ਇੱਕ ਐਡਮਿਨਿਸਟ੍ਰੇਸ਼ਨ ਦਾ ਕੰਟਰੋਲ ਰੂਮ ਹੈ। ਇਹ 24/7 ਜਿਹੜੇ ਹੈ ਕਿ ਇਹ ਚੱਲਦੇ ਆ। ਉੱਥੇ ਕੋਈ ਨਾ ਕੋਈ ਬੰਦਾ ਤੁਹਾਡੀ ਰਿਸੀਵ ਕਰਦਾ ਕਾਲ ਔਰ ਤੁਹਾਨੂੰ ਗਾਈਡ ਕਰਦਾ, ਤੇ ਉਹ ਫਰਦਰ ਬੰਦੇ ਨਾਲ ਕੰਟੈਕਟ ਵੀ ਤੁਹਾਡਾ ਕਰਾ ਦਿੰਦਾ ਹੈਗਾ। ਈਵਨ ਆਕਸੀਜਨ, ਜਿਵੇਂ ਅੱਜ ਕੱਲ੍ਹ ਆਕਸੀਜਨ ਦਾ ਬਹੁਤ ਹੈ, ਤੇ ਉਹਦੇ ਲਈ ਵੀ ਅਲੱਗ ਕਮੇਟੀਜ਼ ਬਣੀਆਂ ਹੋਈਆਂ, ਉਹਦਾ ਅਲੱਗ ਕੰਟਰੋਲ ਰੂਮ ਹੈ, ਉਹ ਅਲੱਗ ਗਾਈਡ ਕਰਦੇ ਕਿੱਥੋਂ ਤੁਸੀਂ ਆਕਸੀਜਨ ਲੈ ਸਕਦੇ ਹੋ, ਕਿਤੇ ਪੈਨਿਕ ਹੋਣ ਦੀ ਲੋੜ ਨਹੀਂ ਹੈ। ਸਰਕਾਰ ਜਿਹੜੀ ਹੈ ਪੂਰੀ ਤਿਆਰ ਹੈ, ਬਸ ਅਸੀਂ ਅਣਗਹਿਲੀ ਨਹੀਂ ਕਰਨੀ, ਅਸੀਂ ਰਾਈਟ ਟਾਈਮ ਜਿਹੜਾ ਹੈ ਹਸਪੀਟਲ ਪਹੁੰਚਣਾ ਅਗਰ ਸਾਨੂੰ ਕੋਈ ਪ੍ਰੋਬਲਮਸ ਹੈ। ਓਕੇ, ਸੋ ਹੁਣ ਅਸੀਂ ਗੱਲ ਕਰਾਂਗੇ, ਤੁਸੀਂ ਜਿਸ ਤਰ੍ਹਾਂ ਕਿਹਾ ਅੱਛਾ ਖਾਣਾ ਖਾਓ। ਹਾਂਜੀ, ਅੱਛੇ ਖਾਣੇ ਤੋਂ ਕੀ ਮਤਲਬ ਕਿ ਬਾਕੀ ਦਿਨਾਂ 'ਚ ਅਸੀਂ ਅੱਛਾ ਖਾਣਾ ਨਹੀਂ ਖਾਂਦੇ? ਜਿਹੜਾ ਕਿ ਇਹਦੇ ਵਿੱਚ ਅਸੀਂ ਕਹਿੰਦੇ ਆ ਨਾ, ਜਿਹੜਾ ਇੱਕ ਅਸੀਂ ਕਹਿੰਦੇ ਬੈਲੈਂਸਡ ਡਾਈਟ ਜਾਂ ਹੈਲਦੀ ਫੂਡ ਖਾਓ। ਬਹੁਤਾ ਤਲੀਆਂ ਚੀਜ਼ਾਂ, ਜਿਹੜਾ ਜੰਕ ਫੂਡ ਹੈ, ਬਾਹਰਲੀਆਂ ਚੀਜ਼ਾਂ ਨਾ ਖਾਓ।
ਘਰ ਦਾ ਬਣਿਆ ਹੋਇਆ ਸਾਦਾ ਖਾਣਾ ਖਾਓ, ਹਰੀਆਂ ਜਿਹੜੀਆਂ ਲੀਫੀ ਵੈਜੀਟੇਬਲਸ ਹੈ ਉਹ ਅਸੀਂ ਖਾਣੀਆਂ, ਪੱਤੇਦਾਰ ਸਬਜ਼ੀਆਂ, ਫਰੂਟ ਸਾਰੇ ਖਾ ਸਕਦੇ ਹਾਂ ਅਸੀਂ। ਅੱਜ ਕੱਲ੍ਹ ਮੌਸਮੀ ਜਿਹੜੇ ਸਭ ਆ ਰਹੇ ਕਿਉਂਕਿ ਦੇ ਆਰ ਰਿਚ ਇਨ ਵਿਟਾਮਿਨ ਸੀ, ਉਹ ਸਾਰੇ ਖਾਓ। ਈਵਨ ਜਿਹੜੀਆਂ ਸਾਰੇ ਅਸੀਂ ਕਹਿੰਦੇ ਕਾੜਾ ਪੀਓ, ਉਹਦੇ ਵਿੱਚ ਉਹ ਵੀ ਸਭ ਨੂੰ ਲੈਣ ਦੀ ਲੋੜ ਹੈਗੀ ਹੈ। ਤੁਲਸੀ ਹੈ, ਅਦਰਕ ਹੈ, ਇਹ ਚੀਜ਼ਾਂ ਪਾ ਕੇ, ਦਾਲਚੀਨੀ ਹੈ, ਹਲਦੀ ਹੈ। ਸਾਡੇ ਤੇ ਜਿਹੜੇ ਭਾਰਤ 'ਚ ਤੇ ਬਹੁਤ ਜ਼ਿਆਦਾ ਨੇ ਸਾਰੀਆਂ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ ਦੀ ਕਿ ਵੈਲਿਊ ਹੈ, ਔਰ ਇਹਨਾਂ ਸਭ ਨੂੰ ਅਸੀਂ ਲੈ ਸਕਦੇ ਹਾਂ। ਦਾਦੀ ਨਾਨੀ ਦੇ ਨੁਸਖੇ ਦਾਦੀ ਨਾਨੀ ਦੇ ਨੁਸਖੇ ਉਹ ਸਾਰੇ ਅਪਣਾਓ। ਇੱਕ ਗਿਲੋਏ ਦਾ ਖਾਸ ਤੌਰ ਤੇ ਜਿੱਦਾਂ ਹਾਂਜੀ, ਗਿਲੋਏ ਦੀਆਂ ਟੈਬਲੇਟਸ ਹੀ ਹੈ ਜਿਹੜੀ ਸਾਡੀ ਫਤਿਹ ਕਿੱਟ, ਉਹਦੇ ਵਿੱਚ ਵੀ ਗਿਲੋਏ ਦੀਆਂ ਟੈਬਲੇਟਸ ਹੈ ਤੇ ਉਹ ਖਾਣੀਆਂ ਚਾਹੀਦੀਆਂ ਹੈਗੀਆਂ। ਇਮਿਊਨਿਟੀ ਬੂਸਟਰ ਹੈ ਕਿਉਂਕਿ ਇਹਦੇ 'ਚ ਸਾਡੀ ਇਮਿਊਨਿਟੀ ਘਟਦੀ ਹੈ। ਜਿੰਨੀ ਸਾਡੀ ਇਮਿਊਨਿਟੀ ਸਟਰੋਂਗ ਹੋਏਗੀ ਉਹਨਾਂ ਅਸੀਂ ਇਹ ਜਿਹੜੀ ਵਾਇਰਸ ਨਾਲ ਲੜ ਸਕਾਂਗੇ। ਓਕੇ, ਇਮਿਊਨਿਟੀ ਦਾ ਹੈ ਸਾਰਾ ਹੈ ਚੱਕਰ, ਔਰ ਜਦੋਂ ਤੱਕ ਸਾਡੀ ਇਮਿਊਨਿਟੀ ਸਟਰੋਂਗ ਹੈ ਸਾਡੇ ਉੱਤੇ ਕੋਵਿਡ ਦਾ ਅਸਰ ਨਹੀਂ ਪਏਗਾ। ਬਾਕੀ ਇਹ ਸਾਰੀਆਂ ਪ੍ਰੀਕਾਸ਼ਨਸ ਰੱਖਣੀਆਂ ਨੇ, ਮਾਸਕ ਪਾ ਕੇ ਰੱਖਣਾ ਹੈ, ਸੈਨੀਟਾਈਜ਼ਰ ਇਸਤੇਮਾਲ ਕਰਨਾ ਹੈ, ਦੂਰੀ ਬਣਾ ਕੇ ਰੱਖਣੀ ਹੈ, ਠੀਕ ਹੈ ਨਾ, ਉਹ ਜੱਫੀ ਪਾਣਾ ਜਾਂ ਸ਼ੇਕ ਹੈਂਡ ਕਰਨਾ ਬਿਲਕੁਲ ਨਹੀਂ। ਸੋ ਇਹ ਸਭ ਚੀਜ਼ਾਂ ਦਾ ਧਿਆਨ ਰੱਖਣਾ ਹੈ। ਹੁਣ ਵੈਕਸੀਨੇਸ਼ਨ ਦੇ ਉੱਤੇ ਆਪਾਂ ਆਉਂਦੇ ਹਾਂ ਕਿ ਇਹਦਾ ਕੀ ਰੋਲ ਹੈ? ਵੈਕਸੀਨੇਸ਼ਨ ਦਾ ਬਹੁਤ ਰੋਲ ਹੈ। ਹੁਣ ਜੇ ਇਹਨੂੰ ਵੈਕਸੀਨ ਲੱਗ ਜਾਏਗੀ ਤੇ ਜੇ ਅਸੀਂ ਆ ਜਿਹੜਾ ਅਸੀਂ ਕਹਿੰਦੇ ਆ ਜਿਹੜਾ SMS ਸੋਸ਼ਲ ਡਿਸਟੈਂਸਿੰਗ ਹੈ, ਮਾਸਕ ਹੈ, ਇਹ ਦੋਨੋਂ ਚੀਜ਼ਾਂ ਅਪਣਾਵਾਂਗੇ ਤੇ ਅਸੀਂ ਬਹੁਤ ਹੱਦ ਤੱਕ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬਚਾ ਲਾਂਗੇ। ਵੈਕਸੀਨੇਸ਼ਨ ਪਹਿਲੇ 60 ਈਅਰ ਪਲੱਸ ਦੀ ਹੋ ਰਹੀ ਸੀ, ਫਿਰ 45 ਈਅਰ ਪਲੱਸ ਦੀ, ਹੁਣ 18 ਸਾਲ ਤੋਂ ਉੱਪਰ ਅੱਜ ਤੋਂ ਸ਼ੁਰੂ ਹੋ ਜਾਣੀ ਹੈ। ਪੰਜਾਬ ਵਿੱਚ ਵੀ ਆਲ ਇੰਡੀਆ ਲੈਵਲ ਤੇ ਵੀ ਹੋ ਰਹੀ ਹੈ। ਜਿਹੜਾ ਵੈਕਸੀਨ ਹੈ ਇਹ ਸਾਨੂੰ ਇਹ ਬਿਮਾਰੀ ਤੋਂ ਜ਼ਰੂਰ ਬਚਾਏਗਾ ਕਿਉਂਕਿ ਜੇ 70% ਆਫ ਦਾ ਪੋਪੂਲੇਸ਼ਨ ਜਿਹੜੀ ਸਾਡੀ ਹੈ ਉਹ ਸਾਰੇ ਇਹ ਟੀਕਾ ਲਵਾ ਲੈਂਦੇ ਤੇ ਇੱਕ ਅਸੀਂ ਵਰਡ ਆਉਂਦਾ ਹਰਡ ਇਮਿਊਨਿਟੀ, ਤੇ ਅਸੀਂ ਸਾਰੇ ਇਸ ਬਿਮਾਰੀ ਤੋਂ ਬਚ ਜਾਂਦੇ। ਇਹਨੂੰ ਟਾਈਮ ਜ਼ਰੂਰ ਲੱਗੇਗਾ ਬਟ ਅਸੀਂ ਸਾਰੇ ਟੀਕਾ ਜਦੋਂ ਲੱਗਦਾ ਜ਼ਰੂਰ ਆਉਣ। ਲੋਕਾਂ 'ਚ ਅਜੇ ਵੀ ਐਪਰੀਹੈਂਸ਼ਨਸ ਨੇ, ਲੋਕੀ ਨਹੀਂ ਜਾਣਾ ਚਾਹੁੰਦੇ, ਸ਼ਾਇਦ ਇਹ ਟੀਕੇ ਦਾ ਕੁਝ ਨੁਕਸਾਨ ਹੈ, ਪਰ ਮੈਂ ਦੱਸ ਸਕਦੀ ਹਾਂ ਇਸ ਟੀਕੇ ਦਾ ਕੋਈ ਨੁਕਸਾਨ ਨਹੀਂ ਹੈ। ਹਰ ਏਜ ਗਰੁੱਪ ਦਾ ਹਰ ਬੰਦਾ ਇਹਨੂੰ ਲਵਾ ਸਕਦਾ ਹੈ। ਜੇ ਕਿਸੇ ਨੂੰ ਹੋਰ ਕੋਈ ਬਿਮਾਰੀ ਹੋਵੇ ਨਾਲ, ਜਿਹੜੇ ਕਿ ਡਾਇਬਟੀਜ਼ ਹੈ ਜਾਂ ਸ਼ੂਗਰ ਦੀ ਬਿਮਾਰੀ ਜਿਹਨੂੰ ਕਹਿੰਦੇ BP ਹੈ, ਕੈਂਸਰ, ਇਹ ਸਾਰੇ ਲੋਕ ਇਹ ਵਾਲੀਆਂ ਜਿਹੜੇ ਟੀਕੇ ਲਵਾ ਸਕਦੇ ਹੈ। ਜਿਹੜੇ ਅਸੀਂ ਪ੍ਰੈਗਨੈਂਟ ਜਿਹੜੀਆਂ ਗਰਭਵਤੀ ਮਹਿਲਾਵਾਂ ਹੈ ਜਾਂ ਜਿਹੜੇ ਬੱਚਿਆਂ ਨੂੰ ਦੁੱਧ ਪਿਲਾ ਰਹੀਆਂ ਤੇ ਜਾਂ ਇੱਕ ਜਿਹੜਾ ਖੂਨ ਪਤਲਾ ਕਰਨ ਵਾਲੀ ਦਵਾਈ ਲੈ ਰਹੇ ਉਹਨਾਂ ਲਈ ਹੈ ਕਿ ਉਹਨਾਂ ਨੇ ਇਹ ਟੀਕਾ ਨਹੀਂ ਲਵਾਉਣਾ, ਜਾਂ ਜਿਹੜੇ ਖੂਨ ਪਤਲਾ ਕਰਨ ਵਾਲੇ ਲੈਂਦੇ ਆ ਦਵਾਈ ਉਹਨਾਂ ਨੇ ਡਾਕਟਰ ਦੀ ਸਲਾਹ ਦੇ ਨਾਲ ਇਹ ਲੈ ਸਕਦੇ। ਬਾਕੀ ਜਿਹੜੇ ਹਾਰਟ ਪੇਸ਼ੈਂਟਸ ਹੈ, ਚਾਹੇ ਸਟੈਂਟ ਪਿਆ ਜਾਂ ਕੁਛ ਹੈ, ਉਹ ਸਭ ਇਹ ਲੈ ਸਕਦੇ। ਜੀ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਇੱਕ ਵਾਰ ਫਿਰ ਤੋਂ ਕਿ ਡਾਕਟਰ ਸਾਰਿਕਾ ਖੰਨਾ ਜੋ ਕਿ ਡਿਪਟੀ ਮੈਡੀਕਲ ਕਮਿਸ਼ਨਰ ਨੇ ਕਪੂਰਥਲਾ ਤੋਂ, ਉਹਨਾਂ ਬਾਰੇ ਜੋ ਅਸੀਂ ਜਾਣਕਾਰੀ ਲੈ ਰਹੇ ਹਾਂ ਕੋਵਿਡ ਤੋਂ। ਸੋ ਇਹ ਸਭ ਚੀਜ਼ਾਂ ਖਾਸ ਤੌਰ ਤੇ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਇੱਕ ਅਥਾਰਟੀ ਨੇ ਔਰ ਜੋ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਬਿਲਕੁਲ ਤਸਦੀਕ ਕਰਦੇ ਨੇ ਕਿ ਜੋ ਵੈਕਸੀਨੇਸ਼ਨ ਹੈ ਬਿਲਕੁਲ ਸਹੀ ਹੈ ਔਰ ਸਾਨੂੰ ਇਹ ਜ਼ਰੂਰ ਲੈਣੀ ਚਾਹੀਦੀ ਹੈ। ਸੋ ਅਗਲੇ ਸਟੈਪ ਤੇ ਆਪਾਂ ਆਉਂਦੇ ਹਾਂ ਕਿ ਵੈਕਸੀਨੇਸ਼ਨ ਜੋ ਹੈ ਉਹ ਵੀ 2 ਸਟੇਜਸ ਵਿੱਚ ਦਿੱਤੀ ਜਾਂਦੀ ਹੈ। ਉਸ ਦੌਰਾਨ ਇੱਕ ਤਾਂ ਉੱਥੇ ਦੱਸ ਹੀ ਦਿੱਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਦੀਆਂ ਪ੍ਰੀਕਾਸ਼ਨਸ ਤੁਸੀਂ ਰੱਖਣੀਆਂ ਨੇ। ਤੁਸੀਂ ਕੁਝ ਖਾਸ ਹਿਦਾਇਤ ਦੇਣਾ ਚਾਹੋਗੇ ਜੋ ਵੈਕਸੀਨੇਸ਼ਨ ਲੈ ਰਹੇ ਨੇ? ਜਿਹੜੇ ਵੈਕਸੀਨ ਲਗਵਾਉਂਦੇ ਹੈ ਜਦੋਂ ਸਾਡੇ ਕੋਲ ਆਉਂਦੇ ਹੈ, ਵੈਸੇ ਤਾਂ ਜਦੋਂ ਵੈਕਸੀਨ ਲੱਗਦਾ ਉਦੋਂ ਹੀ ਇਹ ਹੁੰਦਾ ਕਿ ਕੋਈ ਤੁਹਾਨੂੰ ਰਿਐਕਸ਼ਨ ਤੇ ਨਹੀਂ। ਹੁਣ ਅੱਧਾ ਘੰਟਾ ਤੇ ਉੱਥੇ ਹੀ ਆਬਜ਼ਰਵੇਸ਼ਨ ਰੂਮ ਬਣੇ ਹੁੰਦੇ, ਅੱਧਾ ਘੰਟਾ, ਕਿਉਂਕਿ ਜਿਹੜਾ ਕੋਈ ਅਗਰ ਕਿਸੇ ਨੂੰ ਸਵੀਅਰ ਰਿਐਕਸ਼ਨ ਹੋਣਾ, ਕੋਈ ਅਲਰਜਿਕ ਹੈ ਤੇ ਅੱਧੇ ਘੰਟੇ 'ਚ ਉਹ ਹੋ ਜਾਂਦਾ, ਇਸ ਲਈ ਅੱਧਾ ਘੰਟਾ ਤਾਂ ਅਸੀਂ ਉੱਥੇ ਹੀ ਆਬਜ਼ਰਵ ਕਰਦੇ ਹਾਂ। ਫਿਰ ਵੀ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਅਗਰ ਘਰ ਜਾ ਕੇ ਤੁਹਾਨੂੰ ਬੁਖਾਰ ਹੁੰਦਾ ਹੈ, ਦਰਦ ਹੁੰਦੀ ਹੈ, ਸਭ ਨੂੰ ਪੈਰਾਸੀਟਾਮੋਲ ਦੀ ਜਿਹੜੀ ਸਿੰਪਲ ਗੋਲੀ ਹੈ ਉਹ ਖਾ ਲੈਣੀ ਚਾਹੀਦੀ ਹੈਗੀ ਹੈ। ਐਂਡ ਪੈਰਾਸੀਟਾਮੋਲ ਦਾ ਇੱਕ ਪੱਤਾ ਹਰ ਬੰਦੇ ਨੂੰ ਦਈ ਦਾ ਵੀ ਹੈ। ਛੋਟੇ ਬੱਚਿਆਂ ਨੂੰ ਵੀ ਲੱਗਦੇ ਟੀਕੇ ਤੋਂ ਬੁਖਾਰ ਹੁੰਦਾ, ਇਹਦੇ ਵਿੱਚ ਵੀ ਬੁਖਾਰ ਹੋ ਸਕਦਾ, ਹਰ ਕਿਸੇ ਨੂੰ ਨਹੀਂ ਹੁੰਦਾ। ਥੋੜੇ ਜਿਹੇ ਚੱਕਰ ਵੀ ਆ ਸਕਦੇ ਹੈ ਜਾਂ ਥੋੜੀ ਡਿਜ਼ੀਨੈਸ ਲੱਗਦੀ ਹੈ ਕਿ ਕੁਝ ਘਬਰਾਹਟ ਹੋ ਰਹੀ ਹੈ ਤੇ ਉਹ ਚੀਜ਼ਾਂ ਹੋ ਸਕਦੀਆਂ। ਪਰ ਕੋਈ ਜੇ ਮੇਜਰ ਸਿੰਪਟਮਸ ਹੋਣ ਤੇ ਉਹ ਫਿਰ ਸਾਨੂੰ ਕੰਟੈਕਟ ਕਰ ਸਕਦੇ ਆ। ਹਰ ਬੰਦੇ ਕੋਲ ਆਪਣੀ ਆਸ਼ਾ ਦਾ ਫੋਨ ਨੰਬਰ ਹੈ, ਜੇ ਪਿੰਡਾਂ 'ਚ ANMs ਹੈਗੀਆਂ ਉਹ ਕੰਟੈਕਟ 'ਚ ਰਹਿੰਦੀਆਂ ਕਿ ਜੇ ਕੋਈ ਹੈਗਾ ਤੇ ਤੁਸੀਂ ਸਾਨੂੰ ਦੱਸਣਾ। ਅਜੇ ਤੱਕ ਕੋਈ ਮੇਜਰ ਰਿਐਕਸ਼ਨਸ ਕਿਸੇ ਨੂੰ ਨਹੀਂ ਹੋਏ। ਜਿਹੜੇ ਇੱਕ ਕਾਮਨ ਮਿਥਸ, ਇੱਕ ਵਹਿਮ ਜੇ ਬਣੇ ਹੋਏ ਨੇ, ਹਾਂਜੀ, ਹੈ ਨਾ, ਇਹ ਕੋਵਿਡ ਨੂੰ ਲੈ ਕੇ, ਕੋਵਿਡ ਦੀ ਵੈਕਸੀਨੇਸ਼ਨ ਨੂੰ ਲੈ ਕੇ, ਹਰ ਤਰ੍ਹਾਂ ਦੇ ਟ੍ਰੀਟਮੈਂਟ ਨੂੰ ਲੈ ਕੇ, ਸੋ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ? ਲੋਕਾਂ ਨੂੰ ਇਹ ਲੱਗਦਾ ਕਿ ਇਹ ਟੀਕਾ ਜਿਹੜਾ ਸ਼ਾਇਦ ਕਿ ਇੰਨਾ ਅਸਰਦਾਰ ਨਹੀਂ ਹੈ, ਇਹ ਨਹੀਂ ਲਵਾਉਣਾ ਚਾਹੀਦਾ। ਪਿੰਡਾਂ 'ਚ ਜਾ ਕੇ ਅਸੀਂ ਉਹਨਾਂ ਦੇ ਜਿਹੜੇ ਫੀਅਰਸ ਹੈ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਸਮਝਾਈਏ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਲਵਾਈਏ ਟੀਕਾ। ਯੰਗ ਅਸੀਂ ਪਹਿਲੇ ਓਲਡ ਪੀਪਲ ਜਾਂ ਜਿਹੜੇ ਹੈਗੇ ਬਜ਼ੁਰਗਾਂ ਨੂੰ 45 ਸਾਲ ਤੋਂ ਉੱਪਰ ਨੂੰ ਇਸ ਲਈ ਲਗਾਇਆ ਕਿਉਂਕਿ ਉਹ ਜ਼ਿਆਦਾ
ਪ੍ਰੋਨ ਨੇ ਵੀ ਕੋਈ ਵੀ ਬਿਮਾਰੀ ਉਹਨਾਂ 'ਚ ਜ਼ਿਆਦਾ ਹੋ ਸਕਦੀ ਹੈ, ਬਟ ਲੋਕ ਘਰਾਂ 'ਚੋਂ ਫਿਰ ਵੀ ਨਹੀਂ ਨਿਕਲਦੇ ਹੈਗੇ, ਸ਼ਾਇਦ ਇਹਦਾ ਉਨਾ ਅਸਰ ਨਹੀਂ ਹੈ। ਬਟ ਮੈਂ ਤਾਂ ਦਾਅਵਾ ਕਰ ਸਕਦੀ ਹਾਂ ਕਿ ਜਿੰਨੇ ਅਸੀਂ ਟੀਕੇ ਲਵਾਵਾਂਗੇ ਉਨਾ ਅਸੀਂ ਬਚਾਂਗੇ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਔਰ ਤੁਸੀਂ ਬਿਮਾਰੀ ਤੋਂ ਬਚਣ ਦਾ ਤਰੀਕਾ ਇਹੀ ਹੈ ਕਿ ਅਸੀਂ ਟੀਕੇ ਲਵਾਈਏ। ਅਸੀਂ ਭਾਗਸ਼ਾਲੀ ਹਾਂ ਵੀ ਸਾਨੂੰ ਇਹ ਚੀਜ਼ਾਂ ਮਿਲ ਰਹੀਆਂ, ਵੀ ਸਾਨੂੰ ਟੀਕਾ ਮਿਲਦਾ ਪਿਆ ਹੈਗਾ। ਔਰ ਜਿਹੜੀ ਟੈਸਟਿੰਗ ਲਈ ਵੀ ਕਈ ਵਾਰ ਲੋਕ ਬਾਹਰ ਨਹੀਂ ਆਉਂਦੇ, ਕਿਸੇ ਨੂੰ ਬੁਖਾਰ ਹੈ, ਕਿਸੇ ਨੂੰ ਕੁਛ, ਲੋਕ ਕਹਿੰਦੇ ਮੈਨੂੰ ਤੇ ਸਿੰਪਲ ਫਲੂ ਹੈ, ਇਹ ਤੇ ਮੈਨੂੰ ਹਰ ਸਾਲ ਹੁੰਦਾ ਹੈ, ਇਹ ਤੇ ਮੈਨੂੰ ਅਲਰਜਿਕ ਰਿਐਕਸ਼ਨ ਹੈ, ਅੱਗੇ ਵੀ ਮੈਨੂੰ ਹੁੰਦਾ ਸੀ। ਪਰ ਜਦੋਂ ਵੀ ਤੁਹਾਨੂੰ ਥੋੜ੍ਹਾ ਜਿਹਾ ਵੀ ਕੋਈ ਬੁਖਾਰ ਹੋ ਜਾਏ, ਤੁਹਾਡਾ ਗਲਾ ਖਰਾਬ ਹੈ, ਤੁਹਾਨੂੰ ਖਾਂਸੀ ਆ ਰਹੀ ਹੈ, ਪਲੀਜ਼ ਆਪਣਾ ਟੈਸਟ ਕਰਾਉਣ ਜ਼ਰੂਰ ਜਾਓ। सीरियसली ਲਵੋ ਇਹਨੂੰ, ਸੀਰੀਅਸਲੀ ਲਓ। ਔਰ ਕਈ ਲੋਕ ਬਹੁਤ ਜ਼ਿਆਦਾ ਬੁਖਲਾਹਟ ਹੈ, ਪੈਨਿਕ ਹੈ, ਉਹਨਾਂ ਲਈ ਕੀ ਤੁਹਾਡਾ ਕਹਿਣਾ ਹੈ? ਪੈਨਿਕ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਸਰਕਾਰ ਤੁਹਾਡੇ ਲਈ ਹੈਲਥ ਡਿਪਾਰਟਮੈਂਟ, ਐਡਮਿਨਿਸਟ੍ਰੇਸ਼ਨ ਜਿਹੜੀ 24/7 ਹੈ। ਤੁਸੀਂ ਕਦੀ ਵੀ ਫੋਨ ਕਰਕੇ 104 ਤੇ ਹਰ ਕਿਸੇ ਨੂੰ ਯਾਦ ਰਹਿੰਦਾ, ਤੁਸੀਂ ਉੱਥੇ ਕਾਲ ਕਰਕੇ ਕੋਈ ਵੀ ਸਲਾਹ ਲੈ ਸਕਦੇ ਹੋ। ਸੋ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਡੈਥ ਕੇਸਿਸ ਵੱਧ ਰਹੇ ਨੇ। ਹਾਂਜੀ, ਕਾਰਨ ਪੰਜਾਬ 'ਚ ਡੈਥ ਕੇਸਿਸ ਇਸੇ ਲਈ ਵੱਧ ਰਹੇ ਹੈ ਕਿ ਇੱਕ ਜੋ ਅਸੀਂ ਆਪਣਾ ਜਿਹੜੀਆਂ ਸਾਡੇ ਡੈਥ ਆਡਿਟ ਕਮੇਟੀਜ਼ ਬਣੀਆਂ ਹੋਈਆਂ ਹਰ ਡਿਸਟ੍ਰਿਕਟ 'ਚ, ਸਟੇਟ 'ਤੇ ਵੀ ਬਣੀ ਹੋਈ ਹੈ, ਕਿ ਜਿਹੜੇ ਲੋਕ ਆਉਂਦੇ ਆ ਹਸਪੀਟਲ ਆਉਂਦੇ ਹੀ ਦੇਰ ਨਾਲ ਹੈ, ਜਦੋਂ ਕਿ ਆਕਸੀਜਨ ਲੈਵਲਸ ਉਹਨਾਂ ਦੇ ਬਹੁਤ ਡਿਪ ਹੋ ਚੁੱਕੇ। ਮੇ ਬੀ ਜੇ ਉਹ ਸਾਡੇ ਕੋਲ ਜਲਦੀ ਆ ਜਾਂਦੇ ਤੇ ਉਹ ਬਚ ਸਕਦੇ। ਇਨੀਸ਼ੀਅਲ ਸਟੇਜਸ 'ਚ, ਜਿਵੇਂ ਅਰਲੀ ਸਟੇਜ 'ਚ ਮੈਂ ਕਹਿ ਰਹੀ ਹਾਂ, ਹਜੇ ਖਾਂਸੀ ਜਾਂ ਬੁਖਾਰ ਸ਼ੁਰੂ ਹੀ ਹੋਇਆ, ਅਸੀਂ ਉਦੋਂ ਹੀ ਪਹੁੰਚ ਜਾਈਏ ਤੇ ਤਾਂ ਇੱਕ ਵੈਸੇ ਵੀ ਇੱਥੇ ਜਿਹੜੀਆਂ ਅਸੀਂ ਕਹਿੰਦੇ ਕੋਮੋਰਬਿਡਿਟੀਜ਼, ਸ਼ੂਗਰ ਦੀ ਬਿਮਾਰੀ, ਹਾਰਟ ਪੇਸ਼ੈਂਟਸ ਜ਼ਿਆਦਾ ਹੈ, ਖਾਣਾ ਪੀਣਾ ਵੀ ਅੱਛਾ ਹੈ, ਤੇ ਇਸ ਕਰਕੇ ਇਹ ਬਿਮਾਰੀਆਂ ਜ਼ਿਆਦਾ ਹੈ, ਇਸ ਲਈ ਉਹਨਾਂ ਨੂੰ ਬਿਮਾਰੀ ਹੋਣ ਤੇ ਜ਼ਿਆਦਾ ਇਫੈਕਟਸ ਆਉਂਦੇ ਆ। ਪਰ ਜੇ ਅਸੀਂ ਜਲਦੀ ਪਹੁੰਚ ਜਾਈਏ ਹਸਪੀਟਲ, ਅਸੀਂ ਜ਼ਰੂਰ ਉਹਨਾਂ ਦੀਆਂ ਜਾਨਾਂ ਬਚਾ ਸਕਦੇ ਹਾਂ। ਲਾਪਰਵਾਹੀ ਹੀ ਇਹਦਾ ਕਾਰਨ, ਲਾਪਰਵਾਹੀ ਹੈ। ਔਰ ਜੋ ਪ੍ਰੋਟੋਕੋਲ ਬਣਿਆ ਹੋਇਆ ਹੈ ਕਿ ਕਿਸ ਤਰ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ, ਉਹਦੇ ਮੁਤਾਬਿਕ ਚੱਲਦੇ ਹੋਏ, ਲਾਪਰਵਾਹੀ ਨਾ ਵਰਤਦੇ ਹੋਏ ਅਸੀਂ ਫੌਰਨ ਹਸਪੀਟਲ ਜਾ ਕੇ ਆਪਣਾ ਚੈੱਕਅਪ ਕਰਵਾਈਏ, ਚੈੱਕਅਪ ਜ਼ਰੂਰ ਕਰਾਈਏ। ਸੋ ਇਹੀ ਹੈ ਇੱਕ ਰਿਸਪੈਕਟ ਦੇਣਾ, ਇੱਜ਼ਤ ਦੇਣਾ ਉਹਨਾਂ ਕੋਵਿਡ ਵਾਰੀਅਰਸ ਨੂੰ, ਉਹ ਜਿਹੜੇ ਸੈਨਿਕ ਨੇ ਕੋਵਿਡ ਦੇ ਨਾਲ ਲੜਦੇ ਪਏ ਨੇ। ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਉਹ ਬਹੁਤ ਆਪਣੀ ਜਾਨ ਨੂੰ ਜੋਖਿਮ 'ਚ ਪਾ ਕੇ ਲੱਗੇ ਹੋਏ ਨੇ? ਹਾਂਜੀ, ਕੋਵਿਡ ਵਾਰੀਅਰਸ ਲਾਸਟ ਈਅਰ ਮਾਰਚ ਤੋਂ ਸ਼ੁਰੂ ਹੋ ਗਿਆ ਹੈ, ਰਾਊਂਡ ਦਾ ਕਲੌਕ ਡਿਊਟੀਜ਼ ਕਰ ਰਹੇ ਹੈ, ਕੋਈ ਉਹਨਾਂ ਨੂੰ ਛੁੱਟੀ ਨਹੀਂ ਹੈ, 24/7 ਔਨ ਕਾਲ ਹੈ। ਪੁਲਿਸ ਵਾਲੇ ਨੇ, ਸੈਨੀਟੇਸ਼ਨ ਹੈ, ਹੈਲਥ ਡਿਪਾਰਟਮੈਂਟ ਹੈ, ਐਡਮਿਨਿਸਟ੍ਰੇਸ਼ਨ ਹੈ, ਉਹ ਸਾਰੇ ਜਿਹੜੇ ਹੈਗੇ ਉਹ ਆਪ ਵੀ ਬਹੁਤ ਜ਼ਿਆਦਾ ਕਾਫੀ ਲੋਕ ਹੈ ਜਿਹੜੇ ਕਿ ਆਪ ਵੀ ਸ਼ਾਇਦ ਇਨਫੈਕਟ ਹੋ ਚੁੱਕੇ ਹੈ, ਠੀਕ ਵੀ ਹੋ ਚੁੱਕੇ ਹੈ, ਉਹ ਅੱਗੋਂ ਲੋਕਾਂ ਨੂੰ ਪ੍ਰੇਰਦੇ ਵੀ ਹੈ। ਅਸੀਂ ਜਦੋਂ ਕੋਈ ਵੀ ਪੋਜ਼ਿਟਿਵ ਆਉਂਦਾ ਉਹਨੂੰ ਅੱਗੇ ਉਹ ਆਪਣੀ ਵੀਡੀਓ ਬਣਾ ਕੇ ਉਹ ਦੱਸਦਾ ਹੈ ਉਹ ਕਿ ਵੀ ਮੈਂ ਹੋਇਆ, ਬਟ ਇਹਦੇ ਨਾਲ ਲੋਕਾਂ ਨੂੰ ਉਹਦੇ ਨਾਲ ਇੱਕ ਪ੍ਰੋਤਸਾਹਨ ਮਿਲਦਾ ਕਿ ਇਹਨਾਂ ਨੂੰ ਹੋਇਆ ਸੀ, ਇਹ ਠੀਕ ਹੋ ਗਏ, ਮੈਂ ਵੀ ਹੋ ਜਾਊਂਗਾ। ਇੱਕ ਪੋਜ਼ਿਟਿਵਿਟੀ ਰੱਖਣਾ ਬਹੁਤ ਜ਼ਰੂਰੀ ਹੈ। ਮੈਂਟਲ ਹੈਲਥ ਆਪਣੀ ਠੀਕ ਰਹਿਣੀ ਚਾਹੀਦੀ ਹੈ, ਕਿਉਂਕਿ ਜਦੋਂ ਤੁਸੀਂ ਅਲੱਗ ਇੱਕ ਕਮਰੇ 'ਚ ਰਹਿੰਦੇ ਹੋ ਤੁਹਾਡੇ ਸਟ੍ਰੈਸ ਵੀ ਬਹੁਤ ਹੁੰਦਾ ਹੈ, ਦਿਮਾਗੀ ਪਰੇਸ਼ਾਨੀ ਵੀ ਹੋ ਸਕਦੀ ਹੈ, ਲੋਕਾਂ ਨੂੰ ਇਹ ਵੀ ਡਰ ਹੀ ਸਤਾਇਆ ਰਹਿੰਦਾ ਮੈਨੂੰ ਕਰੋਨਾ ਤੇ ਨਹੀਂ ਹੋ ਜਾਏਗਾ। ਤਾਂ ਇਹ ਮੈਂਟਲ ਡਿਸਆਰਡਰਸ ਵੀ ਹੈ। ਇਹਦੇ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਜਿਹੜੀ ਆਪਣੀ ਰੂਟੀਨ ਦੇ ਕੰਮ ਹੈ, ਜਿਹੜੀਆਂ ਐਕਸਰਸਾਈਜ਼ ਹੈ, ਅਸੀਂ ਘਰ ਬੈਠ ਕੇ ਵੀ ਕਰ ਸਕਦੇ ਹਾਂ, ਯੋਗਾ ਕਰੀਏ, ਮੈਡੀਟੇਸ਼ਨ ਕਰੀਏ, ਜਿੰਨਾ ਕਿ ਸਾਡਾ ਮੈਂਟਲ ਸਟ੍ਰੈਸ ਵੀ ਘਟੇ। ਤੇ ਕੋਵਿਡ ਵਾਰੀਅਰਸ ਨੂੰ ਤੇ ਮੇਰਾ ਸਲਾਮ ਹੈ ਜਿਹੜੇ ਇੰਨਾ ਕੰਮ ਕਰ ਰਹੇ। ਹਾਂ, ਪਿਛਲੇ 1 ਸਾਲ ਤੋਂ ਉਹ ਲੱਗੇ ਹੋਏ ਨੇ, ਔਰ ਬਿਨਾਂ ਕਿਸੇ ਰੈਸਟ ਤੋਂ, ਬਿਨਾਂ ਰੁਕੇ, ਬਿਨਾਂ ਥੱਕੇ ਉਹ ਲੱਗੇ ਹੋਏ ਨੇ। ਔਰ ਉਹਨਾਂ ਲਈ ਜੋ ਅਸੀਂ ਕਰ ਸਕਦੇ ਹਾਂ ਉਹ ਇਹ ਕਰ ਸਕਦੇ ਹਾਂ ਕਿ ਜੋ ਸਾਨੂੰ ਹਿਦਾਇਤਾਂ ਮਿਲੀਆਂ ਨੇ ਅਸੀਂ ਉਹਨਾਂ ਦੇ ਮੁਤਾਬਿਕ ਪਾਲਣਾ ਕਰੀਏ, ਉਹਨਾਂ ਦੀ ਪਾਲਣਾ ਕਰੀਏ। ਸੋ ਸਾਡੇ ਦਰਸ਼ਕਾਂ ਲਈ ਤੁਸੀਂ ਇਹ ਖਾਸ ਇਨਫੋਰਮੇਸ਼ਨ ਲੈ ਕੇ ਆਏ ਹੋ ਜੋ ਕਿ ਕੋਵਿਡ ਤੋਂ ਉਹਨਾਂ ਨੂੰ ਬਚਾ ਸਕਦੀ ਹੈ। ਅਸੀਂ ਇੱਕ ਚੀਜ਼ ਖਾਸ ਤੌਰ ਤੇ ਇਹ ਜਾਣਨਾ ਚਾਹੁੰਦੇ ਹਾਂ ਕਿ ਸਾਡੀ ਜੋ ਆਮ ਲਾਈਫ ਹੈ ਭਾਰਤ ਦੀ, ਪੰਜਾਬ ਦੀ, ਅਸੀਂ ਬੜੇ ਮਤਲਬ ਕਿਸੇ ਵੀ ਚੀਜ਼ ਦੀ ਪਰਵਾਹ ਕੀਤੇ ਬਿਨਾ, ਕਿਉਂਕਿ ਜੁਝਾਰੂ ਕੌਮ ਹਾਂ ਅਸੀਂ ਪਰਵਾਹ ਨਹੀਂ ਕਰਦੇ। ਸੋ ਇਸ ਚੀਜ਼ ਨੂੰ ਲੈ ਕੇ ਥੋੜਾ ਸੈਂਸਿਟਿਵ ਹੋਣਾ ਪਏਗਾ। ਇਸ ਪੁਆਇੰਟ ਦੇ ਉੱਤੇ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਬਹੁਤ ਜ਼ਰੂਰੀ ਹੈ ਕਿ ਅਸੀਂ ਬਿਨਾਂ ਗੱਲ ਤੋਂ ਘਰੋਂ ਬਾਹਰ ਨਾ ਨਿਕਲੀਏ। ਅਸੀਂ ਹੁੰਦਾ ਹੈ ਕਿ ਕੁਝ ਵੀ ਹੈ, ਚਲੋ ਥੋੜਾ ਜਿਹਾ ਬਾਜ਼ਾਰ ਹੀ ਜਾ ਆਨੇ ਆ, ਥੋੜੀ ਸ਼ਾਪਿੰਗ ਕਰ ਆਨੇ ਆ, ਇਹ ਵਾਲਾ ਜਿਹੜਾ ਹੈਗਾ ਬਿਨਾਂ ਜ਼ਰੂਰਤ ਤੋਂ ਕੋਈ ਵੀ ਘਰੋਂ ਬਾਹਰ ਨਾ ਨਿਕਲੇ। ਸਾਡੀ ਇਹ ਹੁੰਦਾ, ਬਜ਼ੁਰਗ ਤੇ ਸ਼ਾਇਦ ਘਰ ਹੀ ਰਹਿੰਦੇ ਆ, ਪਰ ਯੰਗਰ ਜਨਰੇਸ਼ਨ ਸੋਚਦੀ ਹੈ ਕਿ ਮੈਂ ਤੇ ਬਾਹਰ ਜਾ ਹੀ ਸਕਦਾ ਹੈਗਾ, ਕਾਲਜ ਬੰਦ ਹੈ, ਸਕੂਲ ਬੰਦ ਹੈ, ਪਰ ਫਿਰ ਵੀ ਉਹ ਬਾਹਰ ਘੁੰਮ ਰਹੇ ਹੈ। ਬਟ ਉਹ ਬਾਹਰ ਜਾ ਰਹੇ ਹੈ, ਅਗਰ ਉਹ ਇਨਫੈਕਸ਼ਨ ਲੈ ਕੇ ਆ ਰਹੇ ਹੈ, ਉਹ ਤੇ ਸ਼ਾਇਦ ਉਸ ਡਿਜ਼ੀਜ਼ ਤੋਂ ਬਚ ਜਾਣਗੇ, ਠੀਕ ਵੀ ਹੋ ਜਾਣਗੇ, ਪਰ ਉਹ ਜਦੋਂ ਆ ਕੇ ਆਪਣੇ ਕੋਈ ਬਜ਼ੁਰਗ ਨੂੰ
ਜਾਂ ਆਪਣੇ ਮਾਤਾ ਪਿਤਾ ਨੂੰ ਇਨਫੈਕਸ਼ਨ ਦਿੰਦੇ ਹੈ ਤੇ ਕਈ ਵਾਰ ਉਹਨਾਂ ਲਈ ਉਹ ਜ਼ਿਆਦਾ ਸੀਰੀਅਸ ਹੋ ਜਾਂਦੀ ਹੈ, ਸੋ ਜ਼ਿਆਦਾ ਡਰੈਡਫੁਲ ਹੋ ਜਾਂਦਾ ਹੈ ਕਿ ਉਹਨੂੰ ਜ਼ਿਆਦਾ ਬਿਮਾਰੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਉਹ ਜਿਹੜਾ ਸੋਸ਼ਲ ਡਿਸਟੈਂਸਿੰਗ ਵੀ 6 ਫੁੱਟ ਦੀ ਦੂਰੀ ਤੇ ਰਹੀਏ, ਮਾਸਕ ਜ਼ਰੂਰ ਪਾ ਕੇ ਰੱਖੋ, ਔਰ ਮਾਸਕ ਬਹੁਤ ਜ਼ਰੂਰੀ ਹੈ ਕਿਤੇ ਵੀ ਬਾਹਰ ਜਾਓ, ਜਿੱਥੇ ਵੀ, ਚਾਹੇ ਕਾਰ 'ਚ ਬੈਠੇ ਹੋ ਚਾਹੇ ਕਿਤੇ ਜਾ ਰਹੇ ਹੋ, ਮਾਸਕ ਪਾਣਾ ਜ਼ਰੂਰੀ ਹੈ। ਸੋ ਸਾਡੇ ਸਾਰਿਆਂ ਦੇ ਸੁਪਨੇ ਨੇ, ਔਰ ਸੁਪਨੇ ਸਾਡੇ ਪਰਿਵਾਰਾਂ ਨਾਲ ਵੀ ਜੁੜੇ ਹੋਏ ਨੇ, ਸਾਡੇ ਆਪਣੇ ਜੀਵਨ ਨਾਲ ਵੀ ਜੁੜੇ ਹੋਏ ਨੇ। ਉਹਨਾਂ ਸੁਪਨਿਆਂ ਨੂੰ ਸੰਭਾਲ ਕੇ ਰੱਖੀਏ, ਆਪਣੇ ਜੀਵਨ ਨੂੰ ਸੰਭਾਲ ਕੇ ਰੱਖੀਏ, ਔਰ ਇਹ ਸੋਚੀਏ ਕਿ ਉਹ ਸੁਪਨੇ ਆਉਂਦੇ ਕਿੱਥੋਂ ਨੇ। ਜਿਸ ਤਾਕਤ ਤੋਂ ਉਹ ਸੁਪਨੇ ਆਉਂਦੇ ਨੇ, ਉਸ ਤਾਕਤ ਦੇ ਅੱਗੇ ਅਰਦਾਸ ਕਰੀਏ ਕਿ ਸਭ ਸਰਬੱਤ ਦਾ ਭਲਾ ਹੋਵੇ, ਸਭ ਚੜ੍ਹਦੀ ਕਲਾ 'ਚ ਰਹਿਣ, ਸਾਰੇ ਖੁਸ਼ ਰਹਿਣ, ਸੁਖੀ ਰਹਿਣ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮਾਂ ਕੱਢਿਆ ਹੈ ਔਰ ਸਟੂਡੀਓ 'ਚ ਆ ਕੇ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ ਤੁਹਾਡਾ।